राग सोरठ वार महले चौथे की। एक ओंकार सत गुर प्रसाद। श्लोक महला पहला। सोरठ सदा सुहावनी जे सच्चा मन होए। राग सोरठ की वार ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 642 ਤੋਂ ਆਰੰਭ ਹੁੰਦੀ ਹੈ। ਇੱਕ ਓੰਕਾਰ ਸਤ ਗੁਰ ਪ੍ਰਸਾਦ ਤੋਂ ਭਾਵ ਅਕਾਲ ਪੁਰਖ ਯਾਨੀ ਇੱਕ ਓੰਕਾਰ ਤੋਂ ਭਾਵ ਇੱਕ ਸਰਬ ਵਿਆਪਕ ਪਰਮ ਸੱਤਿਆ, ਇੱਕ ਸਰਬ ਵਿਆਪਕ ਪਰਮ ਸੱਤਿਆ ਜਿਸ ਕਰਕੇ ਜਗਤ ਦੀ ਉਤਪत्ति, ਲੈਤਾ, ਪਾਲਣਾ ਔਰ ਸੰਚਾਲਨ ਹੁੰਦਾ ਹੈ। जो सत का मतलब सदैव है। गुर प्रसाद तो भाव जो गुरु की रहमत दे नाल मिलता है, भाव जिस दे नाल साडा संबंध गुरु की रहमत और बख्शिश दे नाल जुड़ता है। गुरु के दस्से राहां ते चल के सर्व व्यापक प्रभु वास्ते सानू ज्ञान मिलता है, विच अभेदता मिलती है, उसकी रजा भाने की समझ आउंदी। श्लोक महला पहला। सोरठ सदा सुहावनी जे सच्चा मन होए। सोरठ रागनी सदा सोहनी लगती है, सुहावनी है, पर कदों सुहावनी है? जे सच्चा मन होए, जे इसकी राही प्रभु दे गुण गांदियां सदा थिर प्रभु साडे मन दे अंदर वस जाए। सोरठ रागनी तां सुहावनी है गाई हुई जेकर इस ते राही साडे मन दे अंदर सच्चा प्रभु वस जाए। आम करके लोग राग गांदे ने तां गल राग दी नहीं है, गल ये है कि राग दे अंदर गाया की जा रहा है, राग दे राही परोसिया की जा रहा है। पाप विकार जां अपराध जां सच, दया, धर्म जां प्रभु दी सिफत सलाह। इसलिए गुरुदेव पातशाह ने थां पर थां बचन किया है, राग रागनी डिंब हुए बैठा उन हर पह क्या लीना। कि जे मेरा राग रागनियां दे चक्कर विच ही बंदा पिया होया है, गान दे चक्कर विच ही, तां उन्हें रब तो की लिया है? भाव कुछ नहीं लिया। गल है जीवन दी, गल है सोच दी। तां गुरु पातशाह जी सानू समझा रहे ने कि सोरठ रागनी सदा सोहनी लगे जे इस ते राही सदा थिर रहन वाला प्रभु साडे मन विच वसे, रब्बी गुण साडे मन दे अंदर वसन, तां ये गाई हुई सफली है। दंदी मैल ना कत मन जीभ है सच्चा सोए। इत्थे दंदी नहीं पढ़ना, दद्दे दी बिहारी नाल बिंदी ला के दंदी। दंदी दा मतलब दंदां विच, मैल दा मतलब मैल, कत दा मतलब हुंदा है चीर। जिवें किसी गल दे विच चीर नहीं पै जांदा, उंगली चीरी गई जां पाड़ पै जाना। विथ वैर विरोध, इत्थे चीर दा मतलब विथ वैर विरोध। जीभे दा मतलब जीभ ते। सोरठ रागनी गाई तां सफली है जे दंदां विच मैल ना हो। हुण दंदां विच मैल दा मतलब आम मैल जिहड़ी ओहदी गल नहीं है, ਉਹ ਤੇ ਲੋਕ ਸਾਫ਼ ਰੱਖਦੇ ਨੇ। ਦੰਦਾਂ ਵਿੱਚ ਮੈਲ ਦੋ ਕਿਸਮ ਦੀ ਹੈ। ਇੱਕ ਤੇ ਜਦੋਂ ਅਸੀਂ ਬੇਗਾਨਾ ਹੱਕ ਖਾਂਦੇ ਆ ਨਾ, ਅਸਲੀ ਮੈਲ ਹੈ ਉਦੋਂ ਅਸੀਂ ਮੈਲ ਖਾ ਰਹੇ ਹਾਂ। ਕੂੜ ਬੋਲ ਮੁਰਦਾਰ ਖਾਏ, ਬੇਗਾਨੇ ਹੱਕ ਖਾਣਾ ਇਹ ਦੰਦਾਂ ਦੀ ਮੈਲ ਹੈ, ਅਸੀਂ ਉਸ ਮੈਲ ਨੂੰ ਬੇਗਾਨੇ ਹੱਕ ਨੂੰ ਖਾ ਰਹੇ ਹਾਂ। ਤੇ ਦੂਜੀ ਦੰਦੀ ਮੈਲ ਇਹ ਹੁੰਦੀ ਹੈ ਕਿ ਨਿੰਦਾ ਕਰਨੀ, ਕਿਸੇ ਦੀ ਚੁਗਲੀ ਕਰਨੀ, ਈਰਖਾ ਕਰਨੀ, ਵੈਰ ਵਿਰੋਧ ਵਾਲੇ ਬੋਲ ਬੋਲਣੇ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਸੋਰਠ ਰਾਗਣੀ ਗਾਈ ਤਾਂ ਸਫਲੀ ਹੈ ਜੇ ਨਿੰਦਿਆ ਕਰਨ ਦੀ ਵਾਦੀ ਨਾ ਰਹੇ, ਨਕਾਰਾਤਮਕ ਬੋਲ ਬੋਲਣ ਦੀ ਵਾਦੀ ਨਾ ਹੋਵੇ, ਝੂਠ ਬੋਲਣ ਦੀਆਂ ਆਦਤਾਂ ਨਾ ਹੋਣ, ਔਰ ਬੰਦਾ ਬੇਗਾਨੇ ਹੱਕ ਨਾ ਖਾਏ। ਇਹ ਚੀਜ਼ਾਂ ਬੰਦੇ ਦੀ ਜ਼ਿੰਦਗੀ ਚੋਂ ਨਿਕਲ ਜਾਣ। ਨਾ ਕਤ ਮਨ, ਕਤ ਦਾ ਮਤਲਬ ਵੈਰ ਵਿਰੋਧ, ਤੇ ਮਨ ਦੇ ਅੰਦਰ ਵੈਰ ਵਿਰੋਧ ਨਾ ਹੋਵੇ, मन दे अंदर ईर्खा द्वेष ना होवे। जीभ है सच्चा सोए, और जीभ दे उत्ते सच्चा प्रभु वस जाए। हमेशा बंदा सच बोले। जे ये गुण आंदे ने, जे तुहाडी जिंदगी विच ये गुण ने, तां सोरठ रागनी गाई हुई सफली है। ते जे बंदा बेगाने हक भी खा रहा है,
ਮਾੜੇ ਬੋਲ ਵੀ ਬੋਲ ਰਿਹਾ ਹੈ, ਮਨ ਵਿੱਚ ਈਰਖਾ ਦਵੇਸ਼ ਵੈਰ ਵਿਰੋਧ ਵੀ ਭਰ ਕੇ ਫਿਰ ਰਿਹਾ ਹੈ, ਔਰ ਜ਼ਬਾਨ ਰਾਹੀਂ ਸੱਚ ਵੀ ਨਹੀਂ ਬੋਲਦਾ, ਤੇ ਜਿੰਨੇ ਮਰਜ਼ੀ ਰਾਗ ਗਾਈ ਜਾਏ, ਫਿਰ ਰਾਗ ਗਾਣ ਨਾਲ ਤੇ ਨਾ ਕੁਛ ਬਣਨ ਲੱਗਾ। ਇਸ ਲਈ ਗੁਰੂ ਜੀ ਇੱਥੇ ਸਾਨੂੰ ਸਮਝਾ ਰਹੇ ਨੇ ਕਿ ਸੋਰਠ ਰਾਗਣੀ ਗਾਈ ਤਾਂ ਸਫਲੀ ਹੈ ਜੇ ਇਹਦੇ ਰਾਹੀਂ ਤੁਹਾਡੇ ਮਨ ਦੇ ਵਿੱਚੋਂ ਵੈਰ ਵਿਰੋਧ ਖਤਮ ਹੋਵੇ, ਤੁਹਾਡੇ ਬੋਲਾਂ ਦੇ ਵਿੱਚੋਂ ਮਾੜੇ ਬੋਲ ਖਤਮ ਹੋਣ, ਬੇਗਾਨੇ ਹੱਕ ਨਾ ਹੋਣ, ਜ਼ਬਾਨ ਦੇ ਉੱਤੇ ਸੱਚ ਆ ਜਾਏ। ਸਸੁਰੇ ਪਈਐ ਭੈ ਵਸੀ, ਸਤਿਗੁਰ ਸੇਵ ਨਿਸੰਗ। ਹੁਣ ਜੋ ਸਿਫਤ ਸਲਾਹ ਕਰਦੇ ਨੇ ਉਹਨਾਂ ਦੀ ਗੱਲ ਕਰ ਰਹੇ ਨੇ। ਸਸੁਰੇ ਦਾ ਮਤਲਬ ਸਹੁਰਾ ਘਰ, ਪਈਏ ਦਾ ਮਤਲਬ ਪੇਕਾ ਘਰ, ਮਤਲਬ ਇੱਥੇ ਉੱਥੇ ਵਰਤਮਾਨ ਔਰ ਆਉਣ ਵਾਲਾ ਸਮਾਂ, ਸਰੀਰਕ ਔਰ ਮਾਨਸਿਕ। ਸਸੁਰੇ ਪਈਏ ਦਾ ਮਤਲਬ ਹਰ ਥਾਂ ਤੇ। ਭੈ ਵਸੀ ਦਾ ਮਤਲਬ ਜਿਹੜੀ ਜੀਵ ਇਸਤਰੀ ਪ੍ਰਭੂ ਦੇ ਅਦਬ ਦੇ ਅੰਦਰ ਜੀਵਨ ਗੁਜ਼ਾਰਦੀ ਹੈ। ਸਤਿਗੁਰ ਸੇਵ, ਸਤਿਗੁਰ ਸੇਵ ਦਾ ਮਤਲਬ ਸੇਵ ਕੇ, ਸਤਿਗੁਰ ਦੀ ਦੱਸੀ ਸੇਵਾ ਕਰਕੇ। ਨਿਸੰਗ ਦਾ ਮਤਲਬ ਨਿਚੱਕ, ਬੇਪਰਵਾਹ। ਜਿਹੜੀ ਜੀਵ ਇਸਤਰੀ ਪ੍ਰਭੂ ਦੇ ਭੈ ਅਦਬ ਦੇ ਅੰਦਰ ਵਸਦੀ ਹੈ, ਉਹ ਸਤਿਗੁਰ ਨੂੰ ਸੇਵ ਕੇ ਆਪਣਾ ਜੀਵਨ ਗੁਜ਼ਾਰਦੀ ਹੈ, ਔਰ ਉਹ ਨਿਸੰਗ ਹੋ ਜਾਂਦੀ ਹੈ, ਭਾਵ ਕਿ ਬੇਪਰਵਾਹ ਹੋ ਜਾਂਦੀ ਹੈ। ਉਹਦੇ ਉੱਤੇ ਵਿਕਾਰਾਂ ਆਦਿਕ ਦਾ ਕੋਈ ਪ੍ਰਭਾਵ ਨਹੀਂ ਪੈਂਦਾ। ਉਹ ਹਰ ਥਾਂ ਦੇ ਉੱਤੇ ਖੁਸ਼ ਹੈ, ਉਹ ਹਰ ਥਾਂ ਦੇ ਉੱਤੇ ਪ੍ਰਸੰਨ ਹੈ, ਹਰ ਥਾਂ ਤੇ ਉਹ ਆਨੰਦਿਤ ਹੈ। ਕੌਣ? ਸਸੁਰੇ ਪਈ ਹੈ ਭੈ ਵਸੀ, ਜੋ ਹਰ ਥਾਂ ਤੇ ਰੱਬੀ ਅਦਬ ਦੇ ਵਿੱਚ ਵਸਦੀ ਹੈ। ਸਤਿਗੁਰ ਸੇਵ ਦਾ ਮਤਲਬ ਸਤਿਗੁਰ ਨੂੰ ਸੇਵ ਕੇ, ਗੁਰੂ ਦੇ ਦੱਸੇ ਰਾਹ ਤੇ ਚੱਲ ਕੇ। ਨਿਝੱਕ ਦਾ ਮਤਲਬ ਝਾਕਾ ਲਾ ਕੇ, ਯਾਨੀ ਉਹ ਨਿਝੱਕ ਹੋ ਜਾਂਦੀ ਹੈ, ਫਿਰ ਉਹਦੇ ਉੱਤੇ ਕੋਈ ਸਹਿਮ ਨਹੀਂ ਰਹਿੰਦਾ, ਕੋਈ ਦਬਾਅ ਨਹੀਂ ਰਹਿੰਦਾ, ਉਹ ਬੇਪਰਵਾਹ ਹੈ। ਬੇਪਰਵਾਹੀ ਦੀ ਉਹਦੀ ਜ਼ਿੰਦਗੀ ਹੈ, ਜੋ ਰੱਬੀ ਰਜ਼ਾ ਭਾਣੇ ਦੇ ਵਿੱਚ ਵਸਦੀ ਹੈ, ਜ਼ਿੰਦਗੀ ਗੁਜ਼ਾਰਦੀ ਹੈ। ਪਰ ਹਰ ਕੱਪੜ ਜੇ ਪਿਰ ਮਿਲੇ, ਖੁਸ਼ੀ ਰਾਵੇ ਫਿਰ ਸੰਗ। ਪਰਹਰ ਦਾ ਮਤਲਬ ਛੱਡ ਕੇ। ਇੱਥੇ ਕੱਪੜ ਦਾ ਮਤਲਬ ਹੈ ਕੱਪੜਾ, ਯਾਨੀ ਵਿਖਾਵਾ। ਫਿਰ ਮਿਲੇ ਦਾ ਮਤਲਬ ਪਤੀ ਨੂੰ ਮਿਲੇ। ਖੁਸ਼ੀ ਰਾਵੇ ਦਾ ਮਤਲਬ ਪਤੀ ਮਾਣਦਾ ਹੈ, ਭਾਵ ਉਹ ਪਤੀ ਦਾ ਸੰਗ ਮਾਣਦੀ ਰੱਬ ਦਾ। ਫਿਰ ਸੰਗ ਦਾ ਮਤਲਬ ਖੁਸ਼ੀ ਦੇ ਨਾਲ। ਤਾਂ ਗੁਰੂ ਸਾਹਿਬ ਜੀ ਕਹਿੰਦੇ ਨੇ, ਜੇ ਵਿਖਾਵਾ ਛੱਡ ਕੇ ਇਹ ਜੀਵ ਇਸਤਰੀ ਪ੍ਰਭੂ ਪਤੀ ਦੇ ਨਾਲ ਮਿਲੇ, ਤਾਂ ਫਿਰ ਇਹਦੀ ਜ਼ਿੰਦਗੀ ਦੇ ਅੰਦਰ ਖੁਸ਼ੀ ਹੁੰਦੀ ਹੈ, ਕਿਉਂਕਿ ਇਹ ਪਤੀ ਦਾ ਸੰਗ ਮਾਣਦੀ, ਪਤੀ ਦੇ ਸੰਗ ਦੇ ਅੰਦਰ ਸਮਾ ਜਾਂਦੀ ਹੈ। ਖੁਸ਼ੀ ਰਾਵੇ ਫਿਰ ਸੰਗ ਦਾ ਮਤਲਬ ਪਤੀ ਸੰਗ ਦੇ ਵਿੱਚ, ਪਤੀ ਦੇ ਮਿਲਾਪ ਦੇ ਵਿੱਚ। ਤਾਂ ਉਦੋਂ ਫਿਰ ਇਹ ਜੀਵ ਇਸਤਰੀ ਖੁਸ਼ੀ ਮਾਣਦੀ ਹੈ। ਤਾਂ ਇਸ ਦਾ ਭਾਵ ਅਰਥ ਪੰਕਤੀ ਦਾ ਇਹ ਬਣੇਗਾ ਕਿ ਜੇ ਕੋਈ ਇਨਸਾਨ ਵਿਖਾਵਾ ਛੱਡ ਕੇ ਅੰਦਰੋਂ ਸਮਰਪਿਤ ਹੋ ਕੇ ਪ੍ਰਭੂ ਦੇ ਨਾਲ ਮਿਲੇ, ਔਰ ਉਹਦੀ ਜ਼ਿੰਦਗੀ ਦੇ ਅੰਦਰ ਖੁਸ਼ੀ ਆ ਸਕਦੀ ਹੈ, ਉਹਦੀ ਜ਼ਿੰਦਗੀ ਦੇ ਅੰਦਰ ਸ਼ਾਂਤੀ ਆ ਸਕਦੀ ਹੈ, ਜੋ ਪਤੀ ਦੇ ਸੰਗ ਦੇ ਅੰਦਰ ਹੀ ਸਦਾ ਲਈ ਸਮਾ ਜਾਏ, ਵਿਖਾਵਾ ਛੱਡ ਕੇ ਆਪਣੇ ਆਪੇ ਦਾ ਤਿਆਗ ਕਰੇ, ਉਹ ਪਤੀ ਪ੍ਰਮਾਤਮਾ ਵਿੱਚ ਸਮਾ ਜਾਂਦੀ ਹੈ। ਤਾਂ ਇੱਥੇ ਵਿਖਾਵਿਆਂ ਦਾ ਸਾਨੂੰ ਤਿਆਗ ਕਰਨਾ ਸਿਖਾਇਆ ਜਾ ਰਿਹਾ। ਸਦਾ ਸ਼ਿੰਗਾਰੀ ਨਾਉ ਮਨ, ਕਦੇ ਨਾ ਮੈਲ ਪਤੰਗ। ਪਤੰਗ ਦਾ ਮਤਲਬ ਰਤਾ ਭਰ ਵੀ। ਨਾਉ ਮਨ ਦਾ ਮਤਲਬ ਜਿਸ ਦੇ ਮਨ ਦੇ ਅੰਦਰ, ਜਿਸ ਦੀ ਸੋਚ ਦੇ ਅੰਦਰ ਪ੍ਰਭੂ ਦੇ ਗੁਣ, ਪ੍ਰਭੂ ਦੀ ਸਿਫਤ ਸਲਾਹ ਜਾਂ ਪ੍ਰਭੂ ਦਾ ਹੁਕਮ ਵਸਦਾ ਹੈ। ਜਿਸ ਦੀ ਮਨ ਅੰਦਰ, ਜਿਸ ਦੀ ਸੋਚ ਅੰਦਰ ਰੱਬੀ ਸਿਫਤ ਸਲਾਹ ਵਸਦੀ ਹੈ, ਰੱਬੀ ਗੁਣ ਵਸਦੇ ਨੇ, ਰੱਬ ਦਾ ਹੁਕਮ ਵਸਦਾ ਹੈ। ਸਦਾ ਸ਼ਿੰਗਾਰੀ, ਉਹ ਇਹਨਾਂ ਗੁਣਾਂ ਦੇ ਨਾਲ ਸਦਾ ਹੀ ਸ਼ਿੰਗਾਰੀ ਰਹਿੰਦੀ ਹੈ। ਜਿਹਦੇ ਮਨ ਦੇ ਅੰਦਰ ਰੱਬੀ ਗੁਣ ਵਸ ਗਏ ਤੇ ਉਹ ਇਹਨਾਂ ਗੁਣਾਂ ਦੇ ਨਾਲ ਸਦਾ ਸ਼ਿੰਗਾਰੀ ਰਹਿੰਦੀ ਹੈ। ਹੁਣ ਸ਼ਿੰਗਾਰੀ ਰਹਿਣ ਦਾ ਮਤਲਬ ਕਿ ਉਹਨਾਂ ਗੁਣਾਂ ਨੂੰ ਉਹ ਜੀਵ ਇਸਤਰੀ ਇੰਪਲੀਮੈਂਟ ਕਰਦੀ ਹੈ। ਜਿਹਦੇ ਮਨ ਦੇ ਅੰਦਰ ਰੱਬੀ ਸਿਫਤ ਹੈ, ਰੱਬੀ ਹੁਕਮ ਦੀ ਪ੍ਰੀਤ ਹੈ, ਜਿਹਦੇ ਮਨ ਦੇ ਅੰਦਰ ਸਤ ਸੰਤੋਖ ਆਦਿਕ ਗੁਣ ਨੇ, ਉਹਨਾਂ ਗੁਣਾਂ ਦੇ ਨਾਲ ਹਮੇਸ਼ਾ ਸ਼ਿੰਗਾਰੀ ਰਹਿੰਦੀ ਹੈ, ਜਾਂ ਬੰਦਾ ਸ਼ਿੰਗਾਰਿਆ ਰਹਿੰਦਾ ਹੈ। ਇਹ ਗੁਣ ਉਹਦਾ ਸ਼ਿੰਗਾਰ ਹੁੰਦੇ ਨੇ, ਤੇ ਉਹ ਇਨਸਾਨ ਬੜਾ ਸੋਹਣਾ ਲੱਗਦਾ ਹੈ। ਉਹਦੀ ਮਾਨਸਿਕਤਾ ਬੜੀ ਸੋਹਣੀ ਹੈ, ਉਹਦੀ ਬੋਲ ਬਾਣੀ ਬੜੀ ਸੋਹਣੀ ਹੈ, ਉਹਦੇ ਵਿਚਾਰ ਬੜੇ ਸੋਹਣੇ ਨੇ, ਉਹਦਾ ਬਿਹੇਵੀਅਰ ਬੜਾ ਸੋਹਣਾ ਹੈ, ਕਿਉਂਕਿ ਉਹਨਾਂ ਗੁਣਾਂ ਦੇ ਨਾਲ ਹਮੇਸ਼ਾ ਸ਼ਿੰਗਾਰਿਆ ਰਹਿੰਦਾ ਹੈ। ਤੇ ਜਿਹਦੇ ਮਨ ਦੇ ਅੰਦਰ, ਜਿਹਦੀ ਸੋਚ ਦੇ ਅੰਦਰ ਰੱਬੀ ਗੁਣ ਵਸ ਗਏ ਨੇ, ਕਦੇ ਨਾ ਮੈਲ ਪਤੰਗ। ਪਤੰਗ ਦਾ ਮਤਲਬ ਰਤਾ ਭਰ ਵੀ,
ਫਿਰ ਉਹਨੂੰ ਵਿਕਾਰਾਂ ਦੀ ਰਤਾ ਭਰ ਵੀ ਮੈਲ ਨਹੀਂ ਲੱਗਦੀ, ਉਹਦੇ ਜੀਵਨ ਦੇ ਵਿੱਚ ਕੋਈ ਵਿਕਾਰਾਂ ਦਾ ਦਾਗ ਨਹੀਂ ਹੁੰਦਾ, ਧੱਬਾ ਨਹੀਂ ਹੁੰਦਾ, ਕਿਉਂਕਿ ਸੋਚ ਅੰਦਰ ਸੱਚ ਵਸ ਰਿਹਾ ਹੈ। ਤੇ ਜਿੱਥੇ ਸੱਚ ਹੈ ਉੱਥੇ ਝੂਠ ਨਹੀਂ ਹੈ, ਜਿੱਥੇ ਦਇਆ ਹੈ ਉੱਥੇ ਕੁਦਇਆ ਨਹੀਂ ਹੈ, ਉੱਥੇ ਕੁਦਇਆ ਨਹੀਂ ਹੈ, ਉੱਥੇ ਮੇਰ ਤੇਰ ਦੇ ਵਿਤਕਰੇ ਨਹੀਂ ਹਨ, ਉੱਥੇ ਵੈਰ ਵਿਰੋਧ ਨਹੀਂ ਹੈ, ਉਹਦੇ ਜੀਵਨ ਦੇ ਅੰਦਰ ਰੰਚਕ ਮਾਤਰ ਵੀ ਮੈਲ ਨਹੀਂ ਹੋਏਗੀ। ਤਾਂ ਗੁਰੂ ਜੀ ਸਾਨੂੰ ਜੀਵਨ ਦੀ ਸੇਧ ਦੇ ਰਹੇ ਨੇ ਕਿ ਪਿਆਰਿਓ, ਜੇ ਪ੍ਰਭੂ ਦੇ ਹੁਕਮ ਨੂੰ, ਰਜ਼ਾ ਦੇ ਪਿਆਰ ਨੂੰ, ਰੱਬੀ ਗੁਣਾਂ ਨੂੰ ਆਪਣੀ ਸੋਚ ਅੰਦਰ ਵਸਾ ਲਿਆ ਜਾਏ ਤਾਂ ਇਹ ਜੀਵਨ ਸ਼ਿੰਗਾਰਿਆ ਜਾਏਗਾ, ਗੁਣਾਂ ਦੇ ਨਾਲ ਸੰਵਰ ਜਾਏਗਾ ਤੇ ਰੰਚਕ ਮਾਤਰ ਵੀ ਫਿਰ ਵਿਕਾਰਾਂ ਦੀ ਮੈਲ ਨਹੀਂ ਲੱਗੇਗੀ। ਇਹਦਾ ਮਤਲਬ ਹਰ ਇਨਸਾਨ ਦੇ ਜੀਵਨ ਦੇ ਅੰਦਰ ਇਹ ਪੋਸੀਬਿਲਿਟੀ ਹੈ ਕਿ ਉਹ ਆਪਣੇ ਜੀਵਨ ਨੂੰ, ਸੋਚ ਨੂੰ, ਬੋਲਾਂ ਨੂੰ, ਬਿਹੇਵੀਅਰ ਨੂੰ ਵਿਕਾਰਾਂ ਦੀ ਮੈਲ ਤੋਂ ਰਹਿਤ ਕਰਕੇ ਆਪਣੇ ਜੀਵਨ ਨੂੰ ਸੋਹਣਾ ਸ਼ਿੰਗਾਰ ਸਕਦਾ ਹੈ। ਦੇਵਰ ਜੇਠ ਮੂਏ ਦੁੱਖ, ਸੱਸੂ ਕਾ ਡਰ ਕਿਸ। ਸੱਸੂ ਦਾ ਮਤਲਬ ਸੱਸ, ਦੇਵਰ ਜੇਠ ਤੁਸੀਂ ਸਮਝਦੇ ਹੋ ਦਿਓਰ ਜੇਠ, ਮੂਏ ਦਾ ਮਤਲਬ ਮਰ ਗਏ, ਦੁੱਖ ਦਾ ਮਤਲਬ ਦੁੱਖ ਨਾਲ। ਜਦੋਂ ਦਿਓਰ ਜੇਠ ਮਰ ਗਏ ਤੇ ਸੱਸ ਤਾਂ ਹੁਣ ਕਿਹਨੂੰ ਡਰ ਹੈ। ਆਮ ਹੁੰਦਾ ਨਾ ਘਰਾਂ ਪਰਿਵਾਰਾਂ ਦੇ ਵਿੱਚ ਸੱਸਾਂ ਦਾ ਡਰ ਹੁੰਦਾ ਹੈ। ਅੱਜ ਕੱਲ ਤੇ ਵੈਸੇ ਕੁੜੀਆਂ ਡਰਦੀਆਂ ਨਹੀਂ, ਲੇਕਿਨ ਜੇ ਦਿਓਰ ਜੇਠ ਨੇ ਪਤੀ ਹੈ ਤਾਂ ਵੀ ਥੋੜਾ ਬਹੁਤਾ ਡਰ ਸੱਸ ਸਹੁਰੇ ਦਾ ਹੁੰਦਾ ਹੈ ਵੀ ਬੱਚੇ ਨੇ ਨਾਲ ਉਹਦੇ। ਤੇ ਜੇ ਦਿਓਰ ਜੇਠ ਵੀ ਮਰ ਜਾਣ ਤੇ ਸੱਸ ਦਾ ਡਰ ਵਿਚਾਰੀ ਦਾ ਕਿੰਨੇ ਮੰਨਣਾ ਹੁੰਦਾ ਹੈ। ਇਹ ਆਮ ਦੁਨਿਆਵੀ ਮਿਸਾਲ ਲੈ ਕੇ ਗੁਰੂ ਜੀ ਸਾਨੂੰ ਸਮਝਾ ਰਹੇ ਨੇ। ਇੱਥੇ ਇਹਨਾਂ ਦਿਓਰਾਂ ਜੇਠਾਂ ਦੀ ਗੱਲ ਨਹੀਂ ਹੋ ਰਹੀ ਜਿਹੜੇ ਆ ਦੁਨਿਆਵੀ ਦਿਓਰ ਜੇਠ ਨੇ, ਇਹਨਾਂ ਦੀ ਗੱਲ ਨਹੀਂ ਹੈ ਬਿਲਕੁਲ ਵੀ, ਨਾ ਇਹ ਸੱਸ ਦੀ ਗੱਲ ਹੀ ਹੈ। ਇਹਨਾਂ ਰਿਸ਼ਤਿਆਂ ਨਾਤਿਆਂ ਦੇ ਨਾਲ ਅਸਾਂ ਪਿਆਰ ਕਰਨਾ ਹੈ, ਇਹਨਾਂ ਦਾ ਆਦਰ ਸਤਿਕਾਰ ਕਰਨਾ ਹੈ। ਤਾਂ ਦਿਓਰ ਜੇਠ ਕਿਹੜੇ ਨੇ? ਜੇ ਉਹ ਦਿਓਰ ਜੇਠ ਮਰ ਜਾਣ, ਜੇ ਉਹ ਸੱਸ ਦਾ ਡਰ ਖਤਮ ਹੋ ਜਾਏ ਤਾਂ ਫਿਰ ਦੁਨਿਆਵੀ ਜਿਹੜੇ ਦਿਓਰ ਜੇਠ ਨੇ ਔਰ ਸੱਸ ਸਹੁਰਿਆਂ ਦਾ ਰਿਸ਼ਤਾ ਹੈ ਬੜੇ ਪਵਿੱਤਰ ਹੋ ਜਾਣ। ਸੱਸ ਦਾ ਮਤਲਬ ਇੱਥੇ ਹੈ ਮਾਇਆ, ਤੇ ਦੇਵਰ ਜੇਠ ਦਾ ਮਤਲਬ ਹੈ ਮਾਇਆ ਦੇ ਪੁੱਤਰ। ਜਿਹੜੇ ਸੱਸ ਦੇ ਬੱਚੇ ਹੋਣਗੇ ਉਹ ਹੀ ਦਿਓਰ ਜੇਠ ਹੋਣਗੇ ਨਾ। ਤੇ ਸੱਸ ਦੇ ਬੱਚੇ ਕਿਹੜੇ ਨੇ? ਆ ਕਾਮ, ਕ੍ਰੋਧ, ਲੋਭ, ਮੋਹ ਆਦਿਕ। ਇਹ ਸੱਸ ਦੇ ਬੱਚੇ ਨੇ ਮਾਇਆ ਦੇ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਉਸ ਜੀਵ ਇਸਤਰੀ ਦੇ ਕਾਮ ਆਦਿਕ ਮੁੱਕ ਜਾਂਦੇ ਨੇ ਜਿਹਦੇ ਮਨ ਦੇ ਅੰਦਰ ਸੱਚਾ ਹੈ, ਜਿਹਦੀ ਜ਼ਬਾਨ ਦੇ ਉੱਤੇ ਮੈਲ ਨਹੀਂ, ਜੋ ਬੇਗਾਨਾ ਹੱਕ ਨਹੀਂ ਖਾਂਦਾ, ਜਿਹਦੇ ਮਨ ਅੰਦਰ ਰੱਬੀ ਹੁਕਮ ਵਸ ਗਿਆ, ਜੋ ਗੁਰੂ ਦੇ ਦੱਸੇ ਰਾਹਾਂ ਤੇ ਤੁਰਦਾ ਹੈ, ਉਹਦੇ ਫਿਰ ਦਿਓਰ ਜੇਠ ਮਰ ਜਾਂਦੇ ਨੇ ਉਸ ਜੀਵ ਇਸਤਰੀ ਦੇ। ਯਾਨੀ ਉਹ ਸੋਚ ਦੇ ਅੰਦਰ ਕਾਮ, ਕ੍ਰੋਧ, ਲੋਭ ਨਹੀਂ ਰਹਿੰਦੇ। ਸੱਸੂ ਕਾ ਡਰ ਕਿਸ, ਤੇ ਫਿਰ ਮਾਇਆ ਦਾ ਵੀ ਡਰ ਨਹੀਂ ਰਹਿੰਦਾ, ਫਿਰ ਉਹਦੇ ਉੱਤੇ ਮਾਇਆ ਪ੍ਰਭਾਵ ਨਹੀਂ ਪਾਉਂਦੀ। ਹੁਣ ਮਾਇਆ ਨੂੰ ਤਾਂ ਅਸੀਂ ਕਾਫੀ ਵਾਰੀ ਐਕਸਪਲੇਨ ਕਰ ਚੁੱਕੇ ਹਾਂ। ਮਾਇਆ ਦਾ ਮਤਲਬ ਪੈਸਾ ਜਾਂ ਔਰਤ ਨਹੀਂ ਹੈ। ਮਾਇਆ ਸਾਡੀ ਇੱਕ ਸੋਚ ਦਾ ਨਾਮ ਹੈ, ਜਿਹੜੀ ਸੋਚ ਸਾਨੂੰ ਰੱਬ ਨਾਲੋਂ ਤੋੜਦੀ ਹੈ, ਸੱਚ ਨਾਲੋਂ। ਜਿਹੜੀ ਸੋਚ ਸਾਡੇ ਅੰਦਰ ਸੈਲਫਿਸ਼ਨੈਸ ਪੈਦਾ ਕਰਦੀ ਹੈ, ਜੋ ਸੋਚ ਸਾਡੇ ਅੰਦਰ ਮੇਰ ਤੇਰ ਦੇ ਵਿਤਕਰੇ ਪੈਦਾ ਕਰਦੀ ਹੈ, ਇਹ ਸੋਚ ਕਰਕੇ ਹੀ ਬੰਦਾ ਦੁਖੀ ਹੈ। ਚਾਹੇ ਮੈਂ ਹਾਂ, ਤੁਸੀਂ ਹੋ, ਜਾਂ ਕੋਈ ਥਰਡ ਪਰਸਨ ਕੋਈ ਵੀ ਹੈ। ਇਹ ਸੋਚ ਕਰਕੇ ਦੁੱਖ ਹੈ, ਇਹ ਸੋਚ ਦਾ ਹੀ ਦਬਾਅ ਹੈ, ਇਹ ਸੋਚ ਦਾ ਹੀ ਪ੍ਰਭਾਵ ਹੈ। ਇਸੇ ਸੋਚ ਕਰਕੇ ਹੀ ਕਾਮ, ਕ੍ਰੋਧ ਆਦਿਕ ਪੈਦਾ ਹੁੰਦੇ ਨੇ। ਤਾਂ ਜਿਹਦੀ ਜ਼ਿੰਦਗੀ ਚੋਂ ਇਹ ਕਾਮ, ਕ੍ਰੋਧ ਮਰ ਗਏ, ਜਿਹਦੀ ਜ਼ਿੰਦਗੀ ਵਿੱਚ ਸੱਸ ਦਾ ਡਰ ਹੀ ਨਹੀਂ ਹੈ, ਜਿਹਨੇ ਸੱਸ ਨੂੰ ਹੀ ਖਤਮ ਕਰ ਦਿੱਤਾ, ਉਹਦਾ ਜੀਵਨ ਸੁਖੀ ਔਰ ਸ਼ਾਂਤ ਹੋ ਗਿਆ। ਤਾਂ ਜਿਸ ਦੀ ਜ਼ਿੰਦਗੀ ਵਿੱਚ ਮਾਇਆ ਦਾ ਡਰ ਪ੍ਰਭਾਵ ਨਹੀਂ, ਜਿਹਦੇ ਜੀਵਨ ਚੋਂ ਕਾਮ, ਕ੍ਰੋਧ ਆਦਿਕ ਦਿਓਰ ਜੇਠ ਮੁੱਕ ਗਏ, ਫਿਰ ਦੇਖੋ ਉਹਦੇ ਬਾਕੀ ਰਿਸ਼ਤੇ ਕਿੰਨੇ ਸੌਖੇ ਹੋ ਜਾਣਗੇ। ਦੁਨਿਆਵੀ ਸੱਸ ਨੂੰ ਫਿਰ ਆਪਣੀ ਮਾਂ ਨਾਲੋਂ ਵੀ ਜ਼ਿਆਦਾ ਪਿਆਰ ਕਰੇਗੀ ਉਹ। ਫਿਰ ਦੁਨਿਆਵੀ ਜਿਹੜੇ ਦਿਓਰ ਜੇਠ ਨੇ ਉਹਨਾਂ ਨੂੰ ਆਪਣੇ ਭਰਾਵਾਂ ਨਾਲੋਂ ਵੀ ਪਿਆਰਾ ਸਮਝੇਗੀ। ਇਹ ਕੰਡੀਸ਼ਨ ਹੋ ਜਾਏਗੀ ਸਾਡੇ ਇਹਨਾਂ ਰਿਸ਼ਤਿਆਂ ਨਾਤਿਆਂ ਦੀ ਵੀ, ਜੇ ਇਹਨਾਂ ਅੰਦਰਲੇ ਦਿਓਰ ਜੇਠਾਂ ਔਰ ਸੱਸਾਂ ਨੂੰ ਅਸੀਂ ਖਤਮ ਕਰ ਸਕੀਏ। ਜੇ ਪਿਰ ਭਾਵੈ ਨਾਨਕਾ, ਕਰਮ ਮਣੀ ਸਭ ਸੱਚ। ਪਿਰ ਦਾ ਮਤਲਬ ਪਤੀ ਨੂੰ, ਕਰਮ ਮਣੀ ਭਾਗਾਂ ਦੀ ਮਣੀ। ਮਣੀ ਦਾ ਮਤਲਬ ਜੋ ਸਾਡੇ ਮੱਥੇ ਦੇ ਉੱਤੇ ਟਿੱਕਾ ਹੁੰਦਾ ਹੈ ਉਹਨੂੰ ਮਣੀ ਕਹਿ ਦਿੰਦੇ ਨੇ, ਮੱਥੇ ਦਾ ਟਿੱਕਾ ਜਿਹੜਾ ਹੈ। ਆਮ ਔਰਤਾਂ ਨੇ ਪਾਇਆ ਹੈ, ਮੱਥੇ ਦੇ ਉੱਤੇ ਟਿੱਕਾ ਹੈ, ਮਣੀ ਹੈ, ਤਾਂ ਉਹ ਕਾਦੇ ਵਾਸਤੇ? ਕੀ ਸੁੰਦਰਤਾ ਵਾਸਤੇ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਜੇ ਪਿਰ ਭਾਵੈ ਨਾਨਕਾ, ਪਤੀ ਨੂੰ ਚੰਗੀ ਲੱਗੇ
ਜੇ ਪ੍ਰਭੂ ਪਤੀ ਦੇ ਮਨ ਵਿੱਚ ਵਸਾ ਲਵੇ ਪ੍ਰਭੂ ਪਤੀ ਨੂੰ ਆਪਣੇ ਮਨ ਵਿੱਚ, ਜਿਹਦੇ ਅੰਦਰ ਐਸੇ ਗੁਣ ਆ ਜਾਣ, ਜਿਹਦੀ ਐਸੀ ਸੋਚ ਬਣ ਜਾਏ, ਇਹੋ ਜੀ ਜੀਵ ਇਸਤਰੀ ਫਿਰ ਪ੍ਰਭੂ ਨੂੰ ਪਿਆਰੀ ਲੱਗੇਗੀ, ਰੱਬ ਦੇ ਪਿਆਰ ਦੀ ਪਾਤਰ ਬਣ ਜਾਏਗੀ। ਉਹ ਬੰਦਾ ਰੱਬ ਦੇ ਪਿਆਰ ਦਾ ਪਾਤਰ ਬਣ ਜਾਏਗਾ ਤਾਂ ਉਹਦੇ ਮੱਥੇ ਤੇ ਮਾਨੋ ਕਰਮ ਮਣੀ, ਭਾਗਾਂ ਦੀ ਮਣੀ ਚਮਕ ਹੋਵੇਗੀ। ਭਾਵ ਕਿ ਉਹ ਜੀਵ ਇਸਤਰੀ ਭਾਗਾਂ ਵਾਲੀ ਹੋ ਜਾਏਗੀ, ਉਹਨੂੰ ਅਸੀਂ ਭਾਗਸ਼ਾਲੀ ਕਹਿ ਸਕਾਂਗੇ। ਉਹਦਾ ਜੀਵਨ ਸਫਲਾ ਹੋ ਜਾਏਗਾ, ਉਹਦੀ ਜ਼ਿੰਦਗੀ ਦੇ ਅੰਦਰ ਖੁਸ਼ੀਆਂ ਆ ਜਾਣਗੀਆਂ, ਉਹਦੇ ਚਿਹਰੇ ਤੇ ਨੂਰ ਝਲਕੇਗਾ। ਭਾਵ ਕਿ ਉਹ ਜੀਵ ਭਾਗਾਂ ਵਾਲੀ ਹੋ ਜਾਏਗੀ ਔਰ ਉਹਦੇ ਮੱਥੇ ਤੇ ਹੀ ਭਾਗਾਂ ਦੀ ਜਿਹੜੀ ਮਣੀ ਹੈ ਉਹ ਚਮਕੇਗੀ। ਭਾਵ ਕਿ ਉਹ ਸ਼ੁਭ ਕਰਮ ਕਰੇਗਾ ਜੀਵ, ਉਹਦੇ ਜੀਵਨ ਦੇ ਅੰਦਰ ਖੁਸ਼ੀਆਂ ਖੇੜੇ ਆ ਜਾਣਗੇ, ਉਹਦਾ ਚਿਹਰਾ ਭੈਭੀਤ ਕਰਨ ਵਾਲਾ ਨਹੀਂ ਹੋਵੇਗਾ, ਉਹਦਾ ਜੀਵਨ ਸ਼ਾਂਤ ਹੋਏਗਾ। ਜੇ ਜੀਵ ਪ੍ਰਭੂ ਨੂੰ ਪਾ ਜਾਏ, ਤੇ ਪ੍ਰਭੂ ਨੂੰ ਕੌਣ ਪਾਏਗਾ? ਜਿਹੜੇ ਪਿਛਲੇ ਗੁਣਾਂ ਦਾ ਧਾਰਨੀ ਹੋਏਗਾ। ਤੇ ਸੋਰਠ ਰਾਗਣੀ ਗਾਈ ਕਿਹਦੀ ਸਫਲੀ ਹੋਏਗੀ? ਜੋ ਇਹਨਾਂ ਸਾਰੇ ਗੁਣਾਂ ਦਾ ਧਾਰਨੀ ਹੋ ਜਾਏ ਤਾਂ ਇਹ ਸੋਰਠ ਰਾਗਣੀ ਗਾਈ ਹੋਈ ਸਫਲੀ ਹੈ। ਮਹਿਲਾ ਚੌਥਾ, ਸੋਰਠ ਤਾਮ ਸੁਹਾਵਣੀ ਜਾਂ ਹਰ ਨਾਮ ਢੰਡੋਲੇ। ਅਗਲੇ ਸ਼ਲੋਕ ਵਿੱਚ ਫਿਰ ਕਹਿ ਰਹੇ ਨੇ, ਤਾਮ ਦਾ ਮਤਲਬ ਤਦੋਂ, ਸੋਰਠ ਰਾਗਨੀ ਤਦੋਂ ਹੀ ਸੋਹਣੀ ਹੈ ਜੇ ਇਸ ਰਾਹੀਂ ਬੰਦਾ ਰੱਬੀ ਹੁਕਮ ਦੀ ਖੋਜ ਕਰੇ। ਨਾਮ ਢੰਡੋਲੇ, ਢੰਡੋਲੇ ਦਾ ਮਤਲਬ ਲੱਭੇ, ਢੂੰਡੇ, ਖੋਜ ਕਰੇ, ਵਿਚਾਰ ਕਰੇ। ਨਾਮ ਦਾ ਮਤਲਬ ਰੱਬ ਦਾ ਹੁਕਮ, ਰੱਬ ਦੇ ਗੁਣ। ਸੋਰਠ ਰਾਗਣੀ ਤਾਂ ਗਾਈ ਹੋਈ ਸਫਲੀ ਹੈ ਜੇ ਕੋਈ ਆਪਣੇ ਅੰਦਰੋਂ ਰੱਬੀ ਗੁਣਾਂ ਦੀ ਭਾਲ ਕਰੇ, ਰੱਬੀ ਗੁਣਾਂ ਦੇ ਨਾਲ ਸਾਂਝ ਪਾਏ, ਰੱਬੀ ਹੁਕਮ ਦੇ ਅੰਦਰ ਚੱਲੇ, ਰੱਬੀ ਹੁਕਮ ਦੀ ਮਹਾਨਤਾ ਨੂੰ ਸਮਝੇ, ਤਾਂ ਇਹ ਸੋਰਠ ਰਾਗਣੀ ਗਾਈ ਹੋਈ ਸਫਲੀ ਹੈ। ਤੇ ਜੇ ਬੰਦਾ ਰਾਗਣੀ, ਸੋਰਠ ਰਾਗਣੀ ਗਾਈ ਜਾਏ, ਸੋਰਠ ਰਾਗ ਗਾਈ ਜਾਏ, ਤੇ ਉਹਦੇ ਨਾਲ ਚਾਹੇ ਕਿ ਸਿਰਫ ਸੋਰਠ ਰਾਗਣੀ ਗਾਣ ਦੇ ਨਾਲ ਮੇਰੀ ਜ਼ਿੰਦਗੀ ਵਿੱਚ ਖੁਸ਼ੀ ਆ ਜਾਏ, ਜਾਂ ਮੇਰਾ ਜੀਵਨ ਸਫਲਾ ਹੋ ਜਾਏ, ਜਾਂ ਇਨਸਾਨੀਅਤ ਪੈਦਾ ਹੋ ਜਾਏ, ਐਸਾ ਨਹੀਂ ਹੈ। ਇਹ ਤਾਂ ਗਾਈ ਸਫਲੀ ਹੈ ਜੇ ਬੰਦਾ ਇਹਦੇ ਰਾਹੀਂ ਰੱਬੀ ਗੁਣਾਂ ਦੇ ਨਾਲ ਜੁੜੇ। ਜੇ ਜ਼ਿੰਦਗੀ ਵਿੱਚ ਗੁਣ ਨਹੀਂ ਤਾਂ ਫਿਰ ਰਾਗ ਗਾਏ ਖੁਸ਼ੀ ਨਹੀਂ ਦੇ ਸਕਣਗੇ। ਜੇ ਕੋਈ ਬਹੁਤ ਚੰਗਾ ਗਵਈਆ ਹੋਵੇ, ਜੋ ਰਾਗਾਂ ਨੂੰ ਬਹੁਤ ਚੰਗੀ ਤਰ੍ਹਾਂ ਗਾ ਸਕਦਾ ਹੋਵੇ, ਠੀਕ ਹੈ, ਇੱਕ ਗੁਣ ਹੈ ਉਹਦੇ ਕੋਲ, ਪਰ ਬਾਕੀ ਜੇਕਰ ਉਹ ਚੋਰੀਆਂ ਕਰਦਾ ਹੈ, ਜਾਂ ਕਰੈਕਟਰਲੈਸ ਹੈ, ਜਾਂ ਬੇਈਮਾਨੀਆਂ ਕਰਦਾ ਹੈ, ਜਾਂ ਠੱਗੀਆਂ ਮਾਰਦਾ ਹੈ, ਜਾਂ ਝੂਠ ਫਰੇਬ ਕਰਦਾ ਹੈ, ਤਾਂ ਫਿਰ ਉਹਦਾ ਰਾਗ ਦਾ ਕੋਈ ਫਾਇਦਾ ਨਾ ਹੋਇਆ। ਗੱਲ ਤੇ ਹੈ ਜ਼ਿੰਦਗੀ ਕੈਸੀ ਬੀਤ ਰਹੀ ਹੈ, ਸੋਚ ਕੈਸੀ ਹੈ, ਆਪਣੀ ਜ਼ਿੰਦਗੀ ਕੈਸੀ ਜੀ ਰਿਹਾ ਹੈ, ਸਮਾਜ ਨੂੰ ਕੀ ਦੇ ਰਿਹਾ ਹੈ। ਤਾਂ ਗੁਰੂ ਜੀ ਕਹਿੰਦੇ ਨੇ, ਸੋਰਠ ਰਾਗਣੀ ਗਾਈ ਤਾਂ ਸਫਲੀ ਹੈ, ਸੋਹਣੀ ਹੈ, ਜੇ ਇਸ ਤੇ ਰਾਹੀਂ ਬੰਦਾ ਹਰੀ ਨਾਮ ਨੂੰ ਢੰਡੋਲੇ, ਰੱਬ ਦੇ ਗੁਣਾਂ ਦੀ ਵਿਚਾਰ ਕਰੇ, ਰੱਬੀ ਹੁਕਮ ਦੀ ਵਿਚਾਰ ਕਰੇ। ਗੁਰਪੁਰਖ ਮਨਾਵੇ ਆਪਣਾ, ਗੁਰਮਤੀ ਹਰ ਹਰ ਬੋਲੇ। ਗੁਰਪੁਰਖ ਆਪਣੇ ਪ੍ਰਭੂ ਨੂੰ ਪ੍ਰਸੰਨ ਕਰੇ, ਆਪਣੇ ਪ੍ਰਭੂ ਨੂੰ ਪ੍ਰਸੰਨ ਕਰੇ। ਗੁਰ ਦਾ ਮਤਲਬ ਇੱਥੇ ਹੈ ਵੱਡਾ, ਪੁਰਖ ਦਾ ਮਤਲਬ ਜੋ ਰਮਿਆ ਹੋਇਆ ਹੈ। ਆਪਣੇ ਮਹਾਨ ਸਮਰੱਥ ਪ੍ਰਭੂ ਨੂੰ ਜੋ ਮਨਾਵੇ, ਖੁਸ਼ ਕਰੇ, ਯਾਨੀ ਐਸੀ ਜ਼ਿੰਦਗੀ ਜੀਵੇ ਜਿਸ ਦੇ ਨਾਲ ਪ੍ਰਭੂ ਦੀ, ਗੁਰੂ ਦੀ ਪ੍ਰਸੰਨਤਾ ਮਿਲੇ। ਦੇਖੋ ਹੁਣ ਗੁਰੂ ਔਰ ਪ੍ਰਭੂ ਦੀ ਪ੍ਰਸੰਨਤਾ ਸਾਨੂੰ ਕਿਵੇਂ ਮਿਲ ਸਕਦੀ ਹੈ? ਜੇ ਅਸੀਂ ਰੱਬੀ ਰਜਾ ਵਿੱਚ ਤੁਰਦੇ ਹਾਂ, ਜੇ ਅਸੀਂ ਰੱਬੀ ਗੁਣਾਂ ਦੇ ਧਾਰਨੀ ਹੁੰਦੇ ਹਾਂ, ਰੱਬ ਦੀ ਇਸ ਮਨੁੱਖਤਾ ਖਲਕਤ ਦੇ ਨਾਲ ਪਿਆਰ ਕਰਦੇ ਹਾਂ, ਤਾਂ ਹੀ ਸਾਨੂੰ ਰੱਬ ਦੀ ਪ੍ਰਸੰਨਤਾ ਮਿਲ ਸਕਦੀ ਹੈ। ਤਾਂ ਹੀ ਸਾਡੇ ਆਪਣੇ ਅੰਦਰ ਵੀ ਖੁਸ਼ੀ, ਪ੍ਰਸੰਨਤਾ, ਇਨਸਾਨੀਅਤ ਪੈਦਾ ਹੋ ਸਕਦੀ ਹੈ। ਇਸ ਲਈ ਗੁਰੂ ਪਾਤਸ਼ਾਹ ਜੀ ਸਾਨੂੰ ਸਮਝਾ ਰਹੇ ਨੇ ਕਿ ਆਪਣੇ ਸਮਰੱਥ ਪ੍ਰਭੂ ਨੂੰ, ਸਮਰੱਥ ਗੁਰੂ ਨੂੰ ਪ੍ਰਸੰਨ ਕਰੇ। ਤੇ ਸਮਰੱਥ ਪ੍ਰਭੂ ਦੀ ਪ੍ਰਸੰਨਤਾ ਵਾਸਤੇ ਕਰੇ ਕੀ? ਗੁਰਮਤੀ ਹਰ ਹਰ ਬੋਲੇ। ਗੁਰਮਤੀ ਦਾ ਮਤਲਬ ਗੁਰੂ ਦੀ ਮੱਤ ਦਾ ਧਾਰਨੀ ਹੋ ਕੇ। ਹਰ ਹਰ ਬੋਲੇ ਦਾ ਮਤਲਬ ਰੱਬੀ ਗੁਣਾਂ ਦਾ ਉਚਾਰਨ ਕਰੇ, ਰੱਬੀ ਸਿਫਤ ਸਲਾਹ ਕਰੇ, ਗੁਰੂ ਦੀ ਮੱਤ ਦਾ ਧਾਰਨੀ ਹੋ ਕੇ, ਗਿਆਨ ਗੁਰੂ ਦੀ ਅਗਵਾਈ ਵਿੱਚ ਜ਼ਿੰਦਗੀ ਜੀ ਕੇ ਰੱਬ ਦੀ ਸਿਫਤ ਸਲਾਹ ਕਰੇ, ਰੱਬੀ ਗੁਣਾਂ ਦੀ ਗੱਲ ਕਰੇ, ਰੱਬੀ ਗੁਣਾਂ ਨੂੰ ਆਪਣੀ ਜ਼ਿੰਦਗੀ ਵਿੱਚ ਇੰਪਲੀਮੈਂਟ ਕਰੇ, ਗੁਰੂ ਦੇ ਗਿਆਨ ਰਾਹੀਂ ਰੱਬੀ ਗੁਣਾਂ ਦੀ ਗੱਲ ਕਰੇ। ਹਰ ਪ੍ਰੇਮ ਕਸਾਈ ਦਿਨਸ ਰਾਤ, ਹਰ ਰੱਤੀ ਹਰ ਰੰਗ ਚੋਲੇ।
ਕਸਾਈ ਦਾ ਮਤਲਬ ਇੱਥੇ ਹੈ ਖਿੱਚੀ ਹੋਈ। ਕਸਾਈ ਸ਼ਬਦ ਉਹਨਾਂ ਵਾਸਤੇ ਵੀ ਵਰਤਿਆ ਜਾਂਦਾ ਹੈ ਜੋ ਮੀਟ ਵੇਚਣ ਦਾ ਕੰਮ ਕਰਦੇ ਨੇ, ਪਸ਼ੂਆਂ ਨੂੰ ਵੱਢ ਕੇ ਮਾਸ ਵੇਚਣ ਦਾ ਕੰਮ ਕਰਦੇ ਨੇ, ਉਹਨਾਂ ਨੂੰ ਵੀ ਕਸਾਈ ਕਿਹਾ ਜਾਂਦਾ ਹੈ। ਪਰ ਇੱਥੇ ਉਸ ਕਸਾਈ ਦੀ ਗੱਲ ਨਹੀਂ ਹੈ। ਇੱਥੇ ਕਸਾਈ ਦਾ ਮਤਲਬ ਹੈ ਖਿੱਚੀ ਹੋਈ, ਖਿੱਚ ਪੈਣੀ। ਕਸਾਈ ਦਾ ਮਤਲਬ ਖਿੱਚੀ ਹੋਈ। ਚੋਲੇ ਦਾ ਮਤਲਬ ਚੋਲਾ, ਸ਼ਰੀਰ। ਹਰ ਪ੍ਰੇਮ ਦਾ ਮਤਲਬ ਰੱਬੀ ਪ੍ਰੇਮ ਦੀ ਰਾਹੀਂ ਦਿਨ ਰਾਤ ਹਰੀ ਦੇ ਪ੍ਰੇਮ ਦੀ ਖਿੱਚੀ ਹੋਈ ਆਪਣੇ ਸਰੀਰ ਚੋਲੇ ਨੂੰ ਰੱਬੀ ਪ੍ਰੇਮ ਦੇ ਅੰਦਰ ਰੰਗ ਕੇ ਰੱਖੇ, ਉਹਦੀ ਸੋਰਠ ਰਾਗਣੀ ਗਾਈ ਸਫਲੀ ਹੈ। ਉਹਦੇ ਜੀਵਨ ਵਿੱਚ ਖੁਸ਼ੀਆਂ ਹੋਣਗੀਆਂ। ਪ੍ਰਭੂ ਦੇ ਪ੍ਰੇਮ ਦੀ ਖਿੱਚ ਅੰਦਰ ਪਈ ਹੋਏ। ਹਮੇਸ਼ਾ ਦੇਖੋ ਬੰਦੇ ਦੇ ਅੰਦਰ ਖਿੱਚ ਹੈ ਨਾ, ਜਿਵੇਂ ਆ ਦੁਨਿਆਵੀ ਕੋਈ ਚੀਜ਼ਾਂ ਹੁੰਦੀਆਂ ਨੇ, ਕੋਈ ਨਵਾਂ ਫੋਨ ਦਾ ਮਾਡਲ ਆ ਜਾਏ, ਕਾਰ ਦਾ, ਤੇ ਸਾਡੇ ਅੰਦਰ ਖਿੱਚ ਹੁੰਦੀ ਹੈ ਨਾ ਕਿ ਮੈਂ ਵੀ ਇਹ ਚੀਜ਼ ਲਵਾਂ। ਅੰਦਰ ਚਾਹਤ ਹੁੰਦੀ ਹੈ। ਇੱਥੇ ਖਿੱਚ ਦਾ ਮਤਲਬ ਚਾਹਤ। ਤਾਂ ਹਰ ਵਕਤ ਅੰਦਰ ਚਾਹਤ ਰੱਬੀ ਗੁਣਾਂ ਦੀ ਹੋਵੇ ਕਿ ਮੈਂ ਸੱਚ ਦੇ ਨਾਲ ਜੁੜਿਆ ਰਹਾ, ਮੇਰੀ ਜ਼ਿੰਦਗੀ ਵਿੱਚ ਪਿਆਰ ਹੋਵੇ, ਮੇਰੇ ਜੀਵਨ ਵਿੱਚ ਇਨਸਾਨੀਅਤ ਹੋਵੇ, ਮੇਰੇ ਅੰਦਰ ਨਿਰਭੈਤਾ ਹੋਵੇ, ਮੇਰੀ ਬੋਲ ਬਾਣੀ ਚੰਗੀ ਹੋਵੇ, ਮੇਰਾ ਬਿਹੇਵੀਅਰ ਚੰਗਾ ਹੋਵੇ, ਮੈਂ ਗੁਰਮਤਿ ਆਸ਼ੇ ਅਨੁਸਾਰ ਜ਼ਿੰਦਗੀ ਜੀਵਾਂ ਔਰ ਮੈਂ ਪਰਉਪਕਾਰੀ ਜੀਵਨ ਜੀਵਾਂ, ਗੁਰਬਾਣੀ ਅਨੁਸਾਰ ਮੇਰਾ ਜੀਵਨ ਹੋਵੇ। ਇਹ ਖਿੱਚ ਹੋਏ ਅੰਦਰ, ਇਹ ਚਾਹਤ ਹੋਵੇ, ਲਗਨ ਹੋਵੇ, ਔਰ ਦਿਨ ਰਾਤ ਹੋਏ, ਹਰ ਵਕਤ ਇਹ ਲਗਨ ਹੋਏ ਕਿ ਮੈਂ ਸੱਚ ਨੂੰ ਬੇਸ ਬਣਾ ਕੇ ਜ਼ਿੰਦਗੀ ਜੀਵਾਂ। ਹਰ ਵਕਤ ਲਗਨ ਹੋਏ, ਹਰ ਪਲ ਲਗਨ ਹੋਵੇ ਕਿ ਮੈਂ ਗੁਰਬਾਣੀ ਅਨੁਸਾਰ ਜ਼ਿੰਦਗੀ ਜੀਣੀ ਹੈ, ਇਸ ਵੇ ਆਫ ਲਾਈਫ ਨੂੰ ਅਪਣਾਉਣਾ ਹੈ, ਮੈਂ ਰੱਬੀ ਰਜ਼ਾ ਦੇ ਵਿੱਚ ਤੁਰਨਾ ਹੈ। ਇਹ ਖਿੱਚ ਹੋਵੇ ਔਰ ਇਸ ਖਿੱਚ ਦੇ ਨਾਲ ਆਪਣੇ ਤਨ ਚੋਲੇ ਨੂੰ, ਸਰੀਰ ਨੂੰ ਪ੍ਰੇਮ ਦੇ ਨਾਲ ਰੰਗ ਲਵੇ। ਹੁਣ ਤਨ ਰੂਪ ਚੋਲੇ ਨੂੰ ਪ੍ਰੇਮ ਨਾਲ ਰੰਗਣ ਦਾ ਮਤਲਬ ਹੈ ਕਿ ਤਨ ਦੇ ਨਾਲ ਉਹ ਕੰਮ ਕਰੇ ਜੋ ਰੱਬੀ ਗੁਣਾਂ ਵਾਲੇ ਨੇ, ਜੋ ਆਪਾਂ 6 ਗੱਲਾਂ ਆਮ ਕਰਦੇ ਹਾਂ। ਇਸ ਪ੍ਰੇਮ ਦੇ ਨਾਲ ਆਪਣੇ ਸਰੀਰ ਨੂੰ ਰੰਗੇ, ਭਾਵ ਸਰੀਰਕ ਤੌਰ ਤੇ ਰੱਬੀ ਪਿਆਰ ਵਾਲੇ ਕੰਮ ਕਰੇ। ਹਰ ਜੈਸਾ ਪੁਰਖ ਨਾ ਲੱਭਈ, ਸਭ ਦੇਖਿਆ ਜਗਤ ਮੈਂ ਟੂਲੇ। ਪੁਰਖ ਦਾ ਮਤਲਬ ਹਰ ਪੁਰਖ ਜੋ ਹਰੀ ਸਮਾਇਆ ਹੋਇਆ ਹੈ, ਜੋ ਹਰੀ ਪੂਰੇ ਸੰਸਾਰ ਦੇ ਅੰਦਰ ਸਮਾਇਆ ਹੋਇਆ ਹੈ। ਪੁਰਖ ਦਾ ਮਤਲਬ ਸਮਾਇਆ ਹੋਇਆ। ਟੋਲੇ ਦਾ ਮਤਲਬ ਟੋਲ ਕੇ, ਢੂੰਡ ਕੇ, ਖੋਜ ਕੇ। ਮੈਂ ਸਾਰਾ ਸੰਸਾਰ ਖੋਜ ਕੇ ਵੇਖ ਲਿਆ ਹੈ। ਸਰਬ ਵਿਆਪਕ ਪ੍ਰਭੂ ਵਰਗਾ ਮੈਨੂੰ ਹੋਰ ਕੋਈ ਨਹੀਂ ਲੱਭਾ। ਕਿ ਰੱਬ ਦੇ ਮੁਕਾਬਲੇ ਦਾ ਕੋਈ ਹੋਰ ਹੋਵੇ, ਰੱਬ ਵਰਗਾ ਕੋਈ ਹੋਰ ਹੋਵੇ, ਕੋਈ ਦੇਵੀ, ਕੋਈ ਦੇਵਤਾ, ਕੋਈ ਕਰਮ, ਰੱਬ ਵਰਗਾ ਹੋਰ ਕੋਈ ਨਹੀਂ ਹੈ। ਇੱਕ ਰੱਬ ਹੀ 4 ਚੁਫੇਰੇ ਸਮਾਇਆ ਹੋਇਆ ਹੈ, ਉਹਦੇ ਵਰਗਾ ਹੋਰ ਕੋਈ ਨਹੀਂ, ਆਪਣੇ ਵਰਗਾ ਆਪ ਹੀ ਹੈ, ਇੱਕ ਹੀ ਸਮਾਇਆ ਹੋਇਆ ਹੈ। ਉਹਦੇ ਵਰਗੇ ਗੁਣ ਹੋਰ ਕਿਸੇ ਦੇ ਅੰਦਰ ਨਹੀਂ ਹਨ। ਇਸ ਲਈ ਇੱਥੇ ਕੇਵਲ ਹਰੀ ਦੇ ਨਾਲ, ਹਰੀ ਦੇ ਗੁਣਾਂ ਨਾਲ ਔਰ ਹਰੀ ਦੀ ਹੁਕਮ ਦੇ ਨਾਲ ਜੁੜਨ ਦੀ ਪ੍ਰੇਰਨਾ ਹੈ ਕਿ ਮੈਂ ਖੋਜ ਕੇ ਦੇਖ ਲਿਆ ਹੈ, ਹਰੀ ਵਰਗਾ ਹੋਰ ਕੋਈ ਇਸ ਦੁਨੀਆ ਵਿੱਚ ਹੈ ਨਹੀਂ ਜਿਹਦੇ ਨਾਲ ਮੈਂ ਜੁੜ ਸਕਾਂ। ਉਹ ਇਹੋ ਜਿਹਾ ਕੋਈ ਹੋਰ ਕਰਮ ਨਹੀਂ ਜਿਸ ਕਰਮ ਦੇ ਨਾਲ ਜੁੜ ਕੇ ਮੈਂ ਖੁਸ਼ੀ ਮਾਣ ਸਕਾਂ। ਇਸ ਲਈ ਰੱਬੀ ਹੁਕਮ ਦੇ ਅੰਦਰ ਹੀ ਖੁਸ਼ੀ ਹੈ, ਰੱਬੀ ਗੁਣਾਂ ਨੂੰ ਧਾਰਨ ਕਰਨ ਦੇ ਨਾਲ ਹੀ ਖੁਸ਼ੀ ਹੈ। ਹਰ ਇਨਸਾਨ ਵਿੱਚ ਸਰਬ ਵਿਆਪਕ ਪ੍ਰਭੂ ਨੂੰ ਵੇਖ ਕੇ ਇੱਕ ਦੂਜੇ ਨਾਲ ਉਸ ਟਾਈਪ ਦਾ ਬਿਹੇਵੀਅਰ ਕਰਨ ਵਿੱਚ ਹੀ ਖੁਸ਼ੀ ਔਰ ਭਲਾ ਹੈ। ਮੈਂ ਖੋਜ ਕੇ ਵੇਖ ਲਿਆ ਹੈ, ਗੁਰੂ ਸਾਹਿਬ ਜੀ ਕਹਿੰਦੇ। ਗੁਰ ਸਤਗੁਰ ਨਾਮ ਦ੍ਰਿੜਾਇਆ, ਮਨ ਅਨੰਤ ਨਾ ਕਾਹੂ ਡੋਲੇ। ਅਨੰਤ ਨਾ ਕਾਹੂ ਡੋਲੇ, ਅਨੰਤ ਦਾ ਮਤਲਬ ਕਿਸੇ ਹੋਰ ਪਾਸੇ। ਗੁਰ ਸਤਗੁਰ ਦਾ ਮਤਲਬ ਗੁਰੂ ਸਤਗੁਰੂ ਨੇ। ਨਾਮ ਦਾ ਮਤਲਬ ਹੁਕਮ, ਰੱਬੀ ਸਿਫਤ ਸਲਾਹ, ਰੱਬੀ ਹੁਕਮ। ਦ੍ਰਿੜਾਇਆ ਦਾ ਮਤਲਬ ਦ੍ਰਿੜ ਕਰਾ ਦਿੱਤਾ ਹੈ। ਗੁਰੂ ਸਤਗੁਰੂ ਨੇ ਹਰੀ ਨਾਮ, ਹਰੀ ਦਾ ਹੁਕਮ ਮੇਰੇ ਹਿਰਦੇ ਵਿੱਚ, ਮੇਰੀ ਸੋਚ ਅੰਦਰ ਦ੍ਰਿੜ ਕਰਾ ਦਿੱਤਾ ਹੈ, ਪੱਕਾ ਕਰ ਦਿੱਤਾ ਹੈ, ਵਿਸ਼ਵਾਸ ਦਿਵਾ ਦਿੱਤਾ ਹੈ ਕਿ ਰੱਬ ਦੇ ਹੁਕਮ ਤੋਂ ਬਾਹਰ ਇਸ ਦੁਨੀਆ ਵਿੱਚ ਕੁਝ ਨਹੀਂ ਹੋ ਸਕਦਾ। ਜੋ ਕੁਝ ਵੀ ਹੋ ਰਿਹਾ ਹੈ ਉਹ ਰੱਬੀ ਹੁਕਮ ਦੇ ਅੰਦਰ ਹੋ ਰਿਹਾ ਹੈ। ਉਤਪत्ति ਵੀ, ਪਾਲਣਾ ਵੀ, ਸੰਚਾਲਨ ਵੀ ਔਰ ਲੈਤਾ ਵੀ। ਜੋ ਕੁਝ ਵੀ ਹੈ ਕੁਦਰਤੀ ਨੇਮਾਂ ਵਿੱਚ, ਰੱਬੀ ਰਜ਼ਾ, ਰੱਬੀ ਭਾਣੇ ਦੇ ਅੰਦਰ ਹੋ ਰਿਹਾ ਹੈ। ਇਹ ਚੀਜ਼ ਗੁਰੂ ਨੇ ਦ੍ਰਿੜ ਕਰਾ ਦਿੱਤੀ ਹੈ। ਤੇ ਜਦੋਂ ਗੁਰੂ ਰਾਹੀਂ ਇਸ ਚੀਜ਼ ਤੇ ਵਿਸ਼ਵਾਸ ਆ ਗਿਆ, ਅੰਦਰ ਸੋਚ ਦੇ ਗੱਲ ਦ੍ਰਿੜ ਹੋ ਗਈ,
ਮਨ ਅਨੰਤ ਨਾ ਕਾਹੂ ਡੋਲੇ। ਗੁਰੂ ਜੀ ਕਹਿੰਦੇ ਨੇ ਹੁਣ ਮੇਰਾ ਮਨ ਕਿਤੇ ਹੋਰ ਪਾਸੇ ਨਹੀਂ ਡੋਲਦਾ, ਹੋਰ ਪਾਸੇ ਨਹੀਂ ਡੋਲਦਾ। ਹੁਣ ਜੇ ਮੈਨੂੰ ਕਹੇ ਕਿ ਫਲਾਣਾ ਬਾਬਾ ਕਰਾਮਾਤ ਕਰ ਸਕਦਾ ਹੈ ਤਾਂ ਮੇਰਾ ਮਨ ਹੁਣ ਡੋਲਦਾ ਨਹੀਂ, ਕਿਉਂਕਿ ਇਹ ਗੱਲ ਦ੍ਰਿੜ ਕਰਾ ਦਿੱਤੀ ਹੈ ਨਾ ਗੁਰੂ ਨੇ ਕਿ ਹੁਕਮ ਤੋਂ ਬਾਹਰ ਕੁਝ ਨਹੀਂ ਹੋ ਸਕਦਾ, ਸਿਸਟਮ ਤੋਂ ਬਾਹਰ ਕੁਝ ਨਹੀਂ ਹੋ ਸਕਦਾ। ਗੁਰੂ ਨੇ ਗੱਲ ਦ੍ਰਿੜ ਕਰਾ ਦਿੱਤੀ ਹੈ। ਇਸ ਲਈ ਹੁਣ ਮੇਰਾ ਮਨ ਨਹੀਂ ਡੋਲਦਾ। ਕੋਈ ਕਵੇ ਫਲਾਣੇ ਥਾਂ ਤੇ ਕੋਈ ਬਾਬਾ ਪੀਲੀਏ ਦਾ ਫਾਂਡਾ ਕਰਦਾ ਹੈ ਤਾਂ ਮੇਰਾ ਮਨ ਨਹੀਂ ਡੋਲਦਾ। ਮੈਂ ਪੀਲੀਏ ਨਾਲ ਮਰ ਤੇ ਜਾਣਾ ਚਾਹਾਂਗਾ ਪਰ ਫਾਂਡਾ ਕਰਾਉਣ ਨਹੀਂ ਜਾਵਾਂਗਾ, ਕਿਉਂਕਿ ਮੈਨੂੰ ਪਤਾ ਹੈ ਕੁਝ ਨਹੀਂ ਹੋ ਸਕਦਾ। ਜੇ ਹੁਣ ਮੈਨੂੰ ਕਹੇ ਵੀ ਫਲਾਣਾ ਬਾਬਾ ਭੂਤ ਪ੍ਰੇਤ ਕੱਢਦਾ ਤਾਂ ਮੇਰਾ ਮਨ ਨਹੀਂ ਡੋਲਦਾ। ਮੈਂ ਮਰ ਬੇਸ਼ੱਕ ਜਾਵਾਂ ਪਰ ਮੈਨੂੰ ਪਤਾ ਹੈ ਵੀ ਭੂਤ ਪ੍ਰੇਤ ਹੈ ਨਹੀਂ, ਕੋਈ ਨਹੀਂ ਬਾਬਾ ਕੱਢੇਗਾ ਤਾਂ ਜੇ ਹੋਣਗੇ। ਮਨ ਡੋਲਦਾ ਹੀ ਨਹੀਂ, ਕਿਉਂਕਿ ਵਿਸ਼ਵਾਸ ਆ ਗਿਆ ਨਾ, ਅਸਲੀਅਤ ਦਾ ਗਿਆਨ ਹੋ। ਜਦੋਂ ਅਸਲੀਅਤ ਦਾ ਗਿਆਨ ਹੋ ਜਾਏ ਤਾਂ ਉਦੋਂ ਫਿਰ ਮਨ ਕਿਤੇ ਡੋਲਦਾ ਨਹੀਂ ਹੈ। ਤੇ ਇਸ ਅਸਲੀਅਤ ਦਾ ਗਿਆਨ ਸਾਨੂੰ ਗੁਰੂ ਦੀ ਪਾਵਨ ਬਾਣੀ ਰਾਹੀਂ ਹੋਣਾ ਹੈ। ਗੁਰ ਸਤਿਗੁਰ ਨਾਮ ਦ੍ਰਿੜਾਇਆ, ਮਨ ਅਨੰਤ ਨਾ ਕਾਹੂ ਡੋਲੇ। ਗੁਰੂ ਸਤਿਗੁਰੂ ਨੇ ਜਿਨ੍ਹਾਂ ਦੇ ਹਿਰਦੇ ਦੇ ਅੰਦਰ ਪ੍ਰਭੂ ਦੇ ਹੁਕਮ ਔਰ ਰਜ਼ਾ ਨੂੰ ਪੱਕਿਆ ਕਰ ਦਿੱਤਾ ਹੈ, ਉਹਨਾਂ ਦਾ ਮਨ ਫਿਰ ਕਿਤੇ ਡੋਲਦਾ ਨਹੀਂ ਹੈ। ਤੇ ਇਤਿਹਾਸ ਗਵਾਹ ਹੈ, ਜਿਨ੍ਹਾਂ ਦੇ ਮਨ ਦੇ ਅੰਦਰ ਹੁਕਮ ਪੱਕਾ ਹੋ ਗਿਆ, ਸੱਚ ਪੱਕਾ ਹੋ ਗਿਆ, ਰੱਬੀ ਗੁਣ ਪੱਕੇ ਹੋ ਗਏ, ਉਹਨਾਂ ਨੂੰ ਚਰਖੜੀਆਂ ਤੇ ਚੜਾ ਕੇ ਤੂੰਬੇ ਤੂੰਬੇ ਅਡਾ ਦਿੱਤਾ ਪਰ ਉਹ ਡੋਲੇ ਨਹੀਂ, ਉਹ ਪਾਸੇ ਗਏ ਨਹੀਂ ਹੁਕਮ। ਜਨ ਨਾਨਕ ਹਰ ਕਾ ਦਾਸ ਹੈ, ਗੁਰ ਸਤਗੁਰ ਕੇ ਗੋਲ ਗੋਲੇ। ਗੋਲ ਗੋਲੇ ਦਾ ਮਤਲਬ ਗੋਲਿਆਂ ਦਾ ਗੋਲਾ। ਗੋਲਿਆਂ ਦਾ ਮਤਲਬ, ਗੋਲੇ ਦਾ ਮਤਲਬ ਹੁੰਦਾ ਹੈ ਦਾਸ। ਗੋਲ ਗੋਲੇ, ਗੋਲਿਆਂ ਦਾ ਗੋਲਾ, ਯਾਨੀ ਦਾਸਾਂ ਦਾ ਦਾਸ, ਗੁਲਾਮਾਂ ਦਾ ਗੁਲਾਮ। ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਦਾਸ ਨਾਨਕ ਪ੍ਰਭੂ ਦਾ ਦਾਸ ਹੈ ਤੇ ਗੁਰੂ ਸਤਗੁਰ ਦੇ ਦਾਸਾਂ ਦਾ ਦਾਸ। ਜਿਹੜੇ ਗੁਰੂ ਦੇ ਦਾਸ ਨੇ ਨਾ, ਗੁਰੂ ਦੇ ਰਾਹਾਂ ਤੇ ਤੁਰਨ ਵਾਲੇ ਨੇ, ਅੱਗੋਂ ਉਹਨਾਂ ਦੇ ਦਾਸ, ਅੱਗੋਂ ਉਹਨਾਂ ਦੇ ਦਾਸਾਂ ਦਾ ਵੀ ਮੈਂ ਦਾਸ ਹੋਣ ਲਈ ਤਿਆਰ ਹਾਂ, ਜੋ ਗੁਰੂ ਦੇ ਰਾਹਾਂ ਤੇ ਚੱਲਣ ਵਾਲੇ। ਤਾਂ ਗੁਰੂ ਜੀ ਕਹਿੰਦੇ ਨੇ ਮੈਂ ਪ੍ਰਭੂ ਦਾ ਦਾਸ ਹਾਂ, ਰੱਬੀ ਰਜਾ ਵਿੱਚ ਤੁਰਦਾ ਹਾਂ। ਤੇ ਜਿਹੜੇ ਗੁਰੂ ਦੇ ਦਾਸ ਨੇ, ਮੈਂ ਉਹਨਾਂ ਦੇ ਦਾਸਾਂ ਦਾ ਦਾਸ ਹਾਂ। ਯਾਨੀ ਜੋ ਗੁਰੂ ਦੇ ਦੱਸੇ ਰਾਹਾਂ ਤੇ ਚੱਲ ਰਹੇ ਨੇ, ਉਹਨਾਂ ਦੀ ਅਸੀਂ ਸੰਗਤ ਕਰਨੀ ਹੈ, ਉਹਨਾਂ ਦੇ ਨਾਲ ਅਸੀਂ ਪਿਆਰ ਮੁਹੱਬਤ ਪਾਣਾ ਹੈ, ਉਹਨਾਂ ਦਾ ਸਤਿਕਾਰ ਕਰਨਾ ਹੈ, ਉਹਨਾਂ ਦਾ ਮਾਣ ਕਰਨਾ ਹੈ। ਉਹ ਮਾਣਯੋਗ ਨੇ, ਸਤਿਕਾਰਯੋਗ ਨੇ, ਜੋ ਰੱਬੀ ਰਜਾ ਵਿੱਚ ਤੁਰਦੇ ਨੇ, ਜੋ ਗੁਰੂ ਦੇ ਦੱਸੇ ਜੀਵਨ ਰਾਸਤੇ ਨੂੰ ਅਪਣਾ ਲੈਂਦੇ ਨੇ, ਉਹਨਾਂ ਨੂੰ ਫਿਰ ਮਾਣ ਮਿਲਦਾ ਹੈ। ਹਾਂ, ਮਾਣ ਉਹਨਾਂ ਨੂੰ ਜਿਹੜੇ ਗੁਰੂ ਦੇ ਦੱਸੇ ਰਾਹ ਤੇ ਅੰਦਰੋਂ ਬਾਹਰੋਂ ਚੱਲ ਰਹੇ ਨੇ। ਮੇਰੇ ਵਰਗੇ ਭੇਖ ਧਾਰਨ ਕਰਨ ਵਾਲੇ ਨਹੀਂ, ਕਿ ਬਾਹਰ ਦਾ ਕੇਵਲ ਭੇਖ ਬਣਾਇਆ ਹੋਏ, ਕੇਵਲ ਗੱਲਾਂ ਕਰਦਾ ਹੋਏ, ਇਹ ਨਹੀਂ। ਜੋ ਮਨ ਬਚਨ ਕਰਮ ਕਰਕੇ ਗੁਰਮਤਿ ਦਾ ਧਾਰ। ਪੌੜੀ, ਤੂੰ ਆਪੇ ਸਿਸ਼ਟ ਕਰਤਾ ਸਿਰਜਣਹਾਰਿਆ। ਸਿਰਜਣਹਾਰਿਆ ਦਾ ਮਤਲਬ ਹੈ ਸਿਰਜਣਹਾਰ। ਤੂੰ ਆਪੇ ਸਿਸ਼ਟ ਕਰਤਾ ਦਾ ਮਤਲਬ ਤੂੰ ਆਪ ਹੀ ਸੰਸਾਰ ਨੂੰ ਰਚਣ ਵਾਲਾ ਹੈ। ਹੇ ਸਿਰਜਣਹਾਰ ਪ੍ਰਭੂ, ਤੂੰ ਆਪ ਸੰਸਾਰ ਨੂੰ ਸਿਰਜਣ ਵਾਲਾ ਹੈ। ਯਾਨੀ ਹੋਰ ਕੋਈ ਸ਼ਕਤੀ ਇਸ ਸੰਸਾਰ ਨੂੰ ਸਿਰਜਣ ਵਾਲੀ ਨਹੀਂ ਹੈ। ਰੱਬੀ ਰਜ਼ਾ ਦੇ ਅੰਦਰ ਹੀ ਸਿਰਜਣਾ ਆਦਿਕ ਸਾਰਾ ਕੁਝ ਹੋ ਰਿਹਾ ਹੈ। ਤੂੰ ਆਪ ਹੀ ਸਿਰਜਣ ਵਾਲਾ ਹੈ। ਤੁਧ ਆਪੇ ਖੇਲ ਰਚਾਏ, ਤੁਧ ਆਪ ਸਵਾਰਿਆ। ਕਿ ਹੈ ਪ੍ਰਭੂ, ਤੂੰ ਆਪ ਹੀ ਆ ਸੰਸਾਰ ਨੂੰ ਖੇਲ ਰਚਾਇਆ ਹੋਇਆ ਹੈ, ਤਮਾਸ਼ਾ ਬਣਾਇਆ ਹੋਇਆ ਹੈ, ਤੇ ਆਪ ਹੀ ਇਹਨੂੰ ਸਵਾਰਿਆ ਹੋਇਆ ਹੈ, ਸੋਹਣਾ ਬਣਾਇਆ ਹੋਇਆ ਹੈ। ਕਿੰਨਾ ਸੋਹਣਾ ਹੈ ਨਾ ਸੰਸਾਰ, ਕਿੰਨਾ ਸੋਹਣਾ ਸੰਸਾਰ ਹੈ। ਜੇ ਸਿਰਫ ਇਸ ਧਰਤੀ ਤੇ ਜਿੰਨਾ ਕੁ ਸਾਨੂੰ ਦਿਸਦਾ ਹੈ ਇਹਨਾਂ ਅੱਖਾਂ ਦੇ ਨਾਲ, ਇੰਨਾ ਕੁ ਜੇ ਅਸੀਂ ਵੇਖੀਏ, ਜਾਂ ਆਕਾਸ਼ ਵਿੱਚ ਜਾਂ ਇਧਰ ਉਧਰ ਜਿੰਨਾ ਕੁ ਅਸੀਂ ਵੇਖ ਸਕਦੇ ਹਾਂ, ਤਾਂ ਇਹ ਧਰਤੀ ਕਿੰਨੀ ਸੁੰਦਰ ਹੈ। ਸੋਹਣੇ ਸੋਹਣੇ ਰੁੱਖ ਨੇ, ਦਰਖਤ ਨੇ, ਫੁੱਲ ਨੇ, ਫਲ ਨੇ, ਨਦੀਆਂ ਨੇ, ਨਾਲੇ ਨੇ, ਝੀਲਾਂ ਨੇ, ਦਰਿਆ ਨੇ, ਝਰਨੇ ਨੇ, ਪਹਾੜ ਨੇ, ਪਸ਼ੂ ਨੇ, ਪੰਛੀ ਨੇ, ਕੀੜੇ ਮਕੌੜੇ ਨੇ, ਕਿੰਨੇ ਫੁੱਲ ਔਰ ਫਲ ਨੇ, ਕਿੰਨੇ ਇਸਤਰੀਆਂ ਨੇ, ਪੁਰਸ਼ ਨੇ, ਜੀਵ ਜੰਤ ਨੇ। ਆਕਾਸ਼ ਵਿੱਚ ਝਾਤ ਮਾਰਨਿਆ ਸੂਰਜ ਹੈ, ਚੰਦਰਮਾ ਹੈ, ਗ੍ਰਹਿ ਨਕਸ਼ਤਰ, ਤਾਰੇ ਸਿਆਰੇ ਸਿਤਾਰੇ ਨੇ, ਆਕਾਸ਼ ਗੰਗਾ ਆਦਿਕ ਹੈ। ਕਿੰਨਾ ਸੋਹਣਾ ਸੰਸਾਰ ਹੈ ਨਾ। ਜੇ ਅਸੀਂ ਮਨੁੱਖਾਂ ਵੱਲ ਝਾਤ ਮਾਰਦੇ ਹਾਂ ਤੇ ਕਿੰਨੇ ਸੋਹਣੇ ਇਨਸਾਨ, ਕਿੰਨਾ ਸੋਹਣਾ ਸਰੀਰ, ਕਿੰਨੀ ਸੋਹਣੀ ਬਣਤਰ ਬਣਾਈ ਹੈ। ਜੇ ਅਸੀਂ ਸਰੀਰ ਦੇ ਅੰਦਰ ਝਾਤ ਮਾਰਦੇ ਹਾਂ ਤਾਂ ਕਿੰਨੀ ਸੁੰਦਰ ਇਹ ਮਸ਼ੀਨਰੀ ਹੈ, ਕਿਸ ਢੰਗ ਦੇ ਨਾਲ ਇਹ ਕੰਮ ਕਰੀ ਜਾ ਰਹੀ ਹੈ। ਜੇ ਆਪਣੇ ਦਿਮਾਗ ਵੱਲ ਵੇਖਦੇ ਹਾਂ ਤਾਂ ਕਿੰਨਾ ਸਾਰਾ ਵੱਡਾ ਦਿਮਾਗ ਰੱਬ ਨੇ ਦਿੱਤਾ ਹੈ, ਕਿੰਨਾ ਸੋਹਣਾ ਸੰਸਾਰ ਹੈ। ਹਾਂ,
एक वखरी गल है कि साडा नजरिया माड़ा होवे, साडी सोच माड़ी होवे, साडी सोच सीमित होवे, साडी सोच नैगेटिव होवे ते असीं इहदे बारे नैगेटिव सोची जाइए, नैगेटिव बोली जाइए, नैगेटिव करी जाइए, सानू इस सोहणे संसार दी सार ना होवे, एक वखरी गल है। रब ने जीवन सोहना बनाया, सुंदर बनाया, हर चीज खुशी वास्ते इत्थे पैदा कीती। एक वखरा टॉपिक है कि असीं उन्हां खुशियां नूं नहीं मान सके, सानू ढंग नहीं, असीं गलत ढंग अपनाया, ये साडी प्रॉब्लम है। साडे अंदर तां प्रभु ने प्रेम पाया, पर असीं ईर्खा कर रहे हैं, साडी कमी है। साडे अंदर सच दया प्रभु ने पैदा की, असीं कुदया और झूठ नूं अपनाई बैठे, साडी प्रॉब्लम है। तां हे मालिक, तू आप ही इस संसार खेल नूं रचाया है ते तू आप ही इस संसार खेल नूं संवारिया होया है, सुंदर बनाया होया है। दाता करता आप भोगन हारिया। भोगन हारा दा मतलब आनंद लैण वाला, खुशियां मानण वाला। दाता दा मतलब दातां देण वाला, करता दा मतलब रचन वाला, ते भोगन हारा दा मतलब भोगन वाला। इन्हां दातां नूं बख्शण वाला भी तू, इन्हां दातां नूं रचन वाला भी तू, ते हे मालिक भोगन वाला भी तू ही, क्योंकि है ही तू। जदों वो आप ही फैलिया होया है, आप ही निराकार तो साकार हो गया है, आप ही अरूप तो स्वरूप वाला हो गया है, ਤਾਂ ਫਿਰ ਆਪ ਹੀ ਨਾ ਸਾਰਾ ਕੁਝ। ਮੈਂ ਬੋਲ ਤਾਂ ਰਿਹਾ ਕਿ ਮੇਰੇ ਅੰਦਰ ਰੱਬ ਦੀ ਸੱਤਿਆ ਹੈ। ਜੇ ਮੇਰੇ ਅੰਦਰ ਸੱਤਿਆ ਨਾ ਹੋਵੇ ਤਾਂ ਮੈਂ ਬੋਲ ਨਹੀਂ ਪਾਵਾਂਗਾ ਨਾ। ਮੈਂ ਵੇਖ ਰਿਹਾ ਹਾਂ ਕਿਉਂਕਿ ਸੱਤਿਆ ਹੈ ਤਾਂ ਵੇਖ ਰਿਹਾ ਹਾਂ। ਤੁਸੀਂ ਵੇਖ ਰਹੇ ਹੋ, ਬੋਲ ਰਹੇ ਹੋ, ਚੱਲ ਰਹੇ ਹੋ ਤਾਂ ਕਿ ਅੰਦਰ ਪ੍ਰਭੂ ਹੈ, ਅੰਦਰ ਸੱਤਿਆ ਹੈ ਤਾਂ ਹੀ ਹੈ ਨਾ। ਤਾਂ ਜਦੋਂ ਸਰਬ ਵਿਆਪਕ ਹੈ ਤਾਂ ਭੋਗ ਵੀ ਰਿਹਾ ਹੈ, ਆਪ ਆਨੰਦ ਵੀ ਲੈ ਰਿਹਾ ਹੈ, ਆਪ ਖੁਸ਼ ਵੀ ਹੈ, ਭਾਵ ਕਿ ਤੂੰ ਸਰਬ ਵਿਆਪਕ ਹੈ। ਸਭ ਤੇਰਾ ਸ਼ਬਦ ਵਰਤੈ ਉਪਾਵਨ ਹਾਰਿਆ। ਇੱਥੇ ਸ਼ਬਦ ਦਾ ਮਤਲਬ ਹੈ ਹੁਕਮ, ਉਪਾਵਨ ਹਾਰਿਆ ਦਾ ਮਤਲਬ ਪੈਦਾ ਕਰਨ ਵਾਲਾ। ਕਿ हे ਜਗਤ ਨੂੰ ਪੈਦਾ ਕਰਨ ਵਾਲੇ ਪ੍ਰਭੂ, ਸਭ ਤੇਰਾ ਸ਼ਬਦ ਵਰਤੈ, ਸਭ ਥਾਂ ਤੇ ਤੇਰਾ ਹੁਕਮ ਵਰਤ ਰਿਹਾ ਹੈ। ਸ਼ਬਦ ਦਾ ਮਤਲਬ ਹੁਕਮ, ਸਭ ਥਾਵਾਂ ਤੇ ਤੇਰਾ ਸ਼ਬਦ, ਤੇਰਾ ਹੁਕਮ ਵਰਤ ਰਿਹਾ ਹੈ। ਕੋਈ ਇੱਕ ਵੀ ਥਾਂ ਐਸੀ ਹੈ ਜਿੱਥੇ ਰੱਬੀ ਹੁਕਮ ਨਾ ਹੋਵੇ ਔਰ ਹੁਕਮ ਤੋਂ ਬਾਹਰ ਕੋਈ ਚੀਜ਼ ਚੱਲ ਰਹੀ ਹੋ। ਹੁਕਮ ਦਾ ਮਤਲਬ ਇੱਥੇ ਆਰਡਰ ਨਹੀਂ ਹੈ, ਹੁਕਮ ਦਾ ਮਤਲਬ ਸਿਸਟਮ ਹੈ। ਕੋਈ ਸ਼ੈ ਐਸੀ ਜਿਹੜੀ ਸਿਸਟਮ ਤੋਂ ਬਾਹਰ ਚੱਲ ਰਹੀ ਹੋਵੇ ਜਾਂ ਚੱਲ ਸਕਦੀ ਹੋਵੇ। ਸਿਸਟਮ ਤੋਂ ਬਾਹਰ ਤੇ ਕੁਝ ਵੀ ਨਹੀਂ ਹੈ। ਉਤਪत्ति, लैता, पालना, संचालन, सारा कुछ एक सिस्टम के अंदर, एक हुक्म के अंदर हो रहा है। हे प्रभु, सब थावां ते तेरा हुक्म वरत रहा है। हुक्म तो बाहर कुछ नहीं है, ना हुक्म तो बाहर कुछ हो सकता है। हुक्म के अंदर बहुत कुछ हो रहा है, बहुत कुछ कीता गया है, खोजा गया है, बहुत कुछ कीता जा सकेगा, खोजा जा सकेगा, पर वो सारा कुछ हुक्म के अंदर ही होगा। सुख भी दुख भी। इसलिए जे असी सुखी रहना चाहते हैं तो सानू हुक्म फॉलो करना चाहिए है, जिस तरह ही साडे जीवन के अंदर खुशियां आन। जे असी संसार नू स्वर्ग बनाना चाहते हैं तो सानू हुक्म नू फॉलो करना चाहिए है, जिस करके साडा ये संसार स्वर्ग बन जाए। ਇਹਦੇ ਵਾਸਤੇ ਅਸੀਂ ਰੋਜ਼ ਵਿਚਾਰਾਂ ਕਰ ਰਹੇ ਹਾਂ ਕਿ ਅਸੀਂ ਜੇ ਗੁਨਾਹ ਦੇ ਧਾਰਨੀ ਹੋਵਾਂਗੇ ਤਾਂ ਜ਼ਿੰਦਗੀ ਅੰਦਰ ਖੁਸ਼ੀ ਆਏਗੀ। ਇਹ ਸਿਸਟਮ ਹੈ। ਤੇ ਦੂਜਾ ਸਿਸਟਮ ਇਹ ਹੈ ਕਿ ਜੇ ਅਸੀਂ ਝੂਠ ਫਰੇਬ ਵਾਲੇ ਸਿਸਟਮ ਨੂੰ ਅਪਣਾਵਾਂਗੇ ਤਾਂ ਜੀਵਨ ਦੁਖੀ ਹੋ ਜਾਏਗਾ। ਇਸ ਲਈ ਜੇ ਅਸੀਂ ਚਾਹੁੰਦੇ ਹਾਂ ਸਾਡਾ ਸੰਸਾਰ ਚੰਗਾ ਬਣੇ ਤਾਂ ਸਾਨੂੰ ਰੱਬੀ ਹੁਕਮ ਦੇ ਅੰਦਰ ਰੱਬੀ ਗੁਨਾਹ ਦੇ ਧਾਰਨੀ ਹੋਣਾ ਚਾਹੀਦਾ ਹੈ। हे ਪ੍ਰਭੂ, ਸਭ ਥਾਵਾਂ ਤੇ ਤੇਰਾ ਹੁਕਮ ਵਰਤ ਰਿਹਾ ਹੈ। हों गुरमुख सदा सलाही, गुर को वारिया। इत्थे सलाही नहीं पढ़ना, सलाही, क्योंकि इत्थे फर्स्ट पर्सन की गल हो रही है। पहलों शब्द आ गया है हों, इनू हो नहीं पढ़ना, हों। हों गुरमुख सदा सलाही, गुर को वारिया। वारिया का मतलब कुर्बान, गुरमुख का मतलब गुरु दी राही, सलाही का मतलब मैं सिफत सलाह करदा हाँ, गुणा नू इंप्लीमेंट करदा हाँ। गुर को वारिया, मैं अपने सतगुर तो सदके हाँ, जिस ते सन्मुख होके
मैं तेरी सिफत सलाह कर सकता हूं, जिस दी शरण विच आके मैं तेरे गुणां दा धारनी हो सकदा हां, मैं अपने गुरु तो कुर्बान। ਤਾਂ ਇੱਥੋਂ ਸਾਨੂੰ ਸੰਦੇਸ਼ ਉਪਦੇਸ਼ ਦਿੱਤਾ ਜਾ ਰਿਹਾ ਹੈ ਕਿ ਜੋ ਇਨਸਾਨ ਗੁਰੂ ਮਤ ਅਨੁਸਾਰ ਜ਼ਿੰਦਗੀ ਜੀਵੇਗਾ ਉਹ ਪ੍ਰਭੂ ਦੇ ਗੁਣਾਂ ਦਾ ਧਾਰਨੀ ਹੋ ਜਾਏਗਾ। ਤਾਂ ਜੇ ਅਸੀਂ ਚਾਹੁੰਦੇ ਹਾਂ ਕਿ ਸਾਡੀ ਜ਼ਿੰਦਗੀ ਦੇ ਅੰਦਰ ਰੱਬੀ ਗੁਣ ਆਣ ਤਾਂ ਸਾਨੂੰ ਗੁਰੂ ਗਿਆਨ ਮੁਤਾਬਕ ਜ਼ਿੰਦਗੀ ਜੀਣੀ ਚਾਹੀਦੀ ਹੈ। ਗੁਰਬਾਣੀ ਪੜ੍ਹ ਕੇ ਸੁਣ ਕੇ ਸਮਝ ਕੇ ਗੁਰਬਾਣੀ ਨੂੰ ਇੰਪਲੀਮੈਂਟ ਕਰਨਾ ਚਾਹੀਦਾ ਹੈ। ਜੋ ਇੰਪਲੀਮੈਂਟ ਕਰੇਗਾ ਉਹ ਗੁਣਾਂ ਦਾ ਧਾਰਨੀ ਹੋ ਜਾਏਗਾ, ਉਹ ਸਿਫਤ ਸਲਾਹ ਕਰੇਗਾ, ਉਹਦੇ ਅੰਦਰ ਪੋਜ਼ਿਟਿਵਿਟੀ ਆ ਜਾਏਗੀ। ਸ਼ਲੋਕ ਮਹਿਲਾ ਤੀਜਾ। ਹਉਮੈ ਜਲਤੇ ਜਲ ਮੁਏ, ਬ੍ਰਹਮ ਆਏ ਦੂਜੈ ਪਾਏ। ਆਏ ਦਾ ਮਤਲਬ ਜਦੋਂ ਗੁਰੂ ਦੀ ਸ਼ਰਨ ਵਿੱਚ ਆਏ, ਬ੍ਰਹਮ ਦਾ ਮਤਲਬ ਭਟਕ ਭਟਕ ਕੇ, ਦੂਜੈ ਪਾਏ ਦਾ ਮਤਲਬ ਦੁਐਤ ਦੇ ਪ੍ਰੇਮ ਅੰਦਰ ਪ੍ਰਭੂ ਨੂੰ ਛੱਡ ਕੇ ਹੋਰ ਚੱਕਰਾਂ ਦੇ ਵਿੱਚ, ਹੋਰ ਔਗਣਾਂ ਦੇ ਅੰਦਰ। ਹਉਮੈ ਦਾ ਮਤਲਬ ਹਉਮੈ ਦੇ ਕਾਰਨ। ਸੰਸਾਰੀ ਜੀਵ ਬਹੁ ਗਿਣਤੀ ਲੋਕ ਹਉਮੈ ਵਿੱਚ ਸੜਦੇ ਨੇ, ਤੇ ਸੜਦੇ ਜਲ ਮੂਏ ਦਾ ਮਤਲਬ ਸੜ ਕੇ ਮਰ ਗਏ। ਹਉਮੈ ਅੰਦਰ ਸੜ ਮਰ ਗਏ। ਮਰਨ ਦਾ ਮਤਲਬ ਇਹ ਨਹੀਂ ਕਿ ਸਰੀਰ ਮਰ ਗਿਆ। ਜਿਹੜਾ ਹਉਮੈ ਦੇ ਅੰਦਰ ਜਲ ਰਿਹਾ ਹੈ ਉਹਦੀ ਜ਼ਮੀਰ ਮਰ ਗਈ, ਉਹਦੇ ਅੰਦਰੋਂ ਇਨਸਾਨੀਅਤ ਮਰ ਜਾਂਦੀ ਹੈ, ਅੰਦਰੋਂ ਖਾਲੀ ਹੋ ਜਾਂਦਾ ਹੈ। ਬਾਹਰੋਂ ਬੇਸ਼ੱਕ ਬਹੁਤ ਕੁਛ ਉਹ ਕਹਿੰਦਾ ਹੈ, ਬਾਹਰੋਂ ਬਹੁਤ ਕੁਛ ਉਹ ਵਿਖਾਉਂਦਾ ਹੈ, ਬਹੁਤ ਕੁਛ ਬੋਲਦਾ ਹੈ, ਪਰ ਅੰਦਰੋਂ ਬੰਦਾ ਖਾਲੀ ਹੋਊਗਾ। ਜਿੰਨੇ ਵੀ ਬੰਦੇ ਆਪਣੀਆਂ ਸਿਫਤਾਂ ਆਪ ਕਰਦੇ ਨੇ ਨਾ, ਆਪਣੀਆਂ ਸਿਫਤਾਂ ਆਪ ਕਰਦੇ ਨੇ, ਬਹੁ ਗਿਣਤੀ ਲੋਕ, ਉਹ ਅੰਦਰੋਂ ਖਾਲੀ ਹੁੰਦੇ ਨੇ। ਉਹ ਅੰਦਰੋਂ ਬਹੁਤੇ ਲੋਕ ਪਰੇਸ਼ਾਨ ਹੁੰਦੇ ਨੇ। ਉਹਨਾਂ ਨੂੰ ਕਿਤੇ ਨਾ ਕਿਤੇ ਆਪਣੇ ਅੰਦਰ ਹੀਨ ਭਾਵਨਾ ਮਹਿਸੂਸ ਹੋ ਰਹੀ ਹੁੰਦੀ ਹੈ, ਔਰ ਉਸ ਹੀਨ ਭਾਵਨਾ ਨੂੰ ਮਹਿਸੂਸ ਹੋ ਰਹੀ ਹੁੰਦੀ ਹੈ, ਉਹਨੂੰ ਦੂਰ ਕਰਨ ਵਾਸਤੇ ਵੱਡੀਆਂ ਫਿਰ ਉਹ ਗੱਲਾਂ ਕਰਦੇ ਨੇ। ਮੈਂ ਆਹ ਕਰ ਦਿੱਤਾ, ਮੈਂ ਉਹ ਕਰਤਾ, ਮੈਂ ਫਲਾਣੇ ਥਾਂ ਗਿਆ, ਉਹਨੂੰ ਸੁੱਖ ਦਿੱਤਾ, ਉਹਨੂੰ ਮੈਂ ਇੰਜ ਕਰ ਸਕਣਾ, ਮੈਂ ਉਹ ਕਰ ਸਕਣਾ, ਜੇ ਮੈਂ ਨਾ ਹੋਵਾਂ ਤਾਂ ਮੇਰੇ ਖਿਆਲ ਚ ਦੁਨੀਆ ਹੀ ਨਾ ਚੱਲੇ। ਐਵੇਂ ਦੀਆਂ ਭਾਵਨਾਵਾਂ ਬੰਦੇ ਦੇ ਅੰਦਰ ਆ ਜਾਂਦੀਆਂ ਨੇ, ਔਰ ਐਸੇ ਲੋਕ ਤੁਹਾਨੂੰ ਸਮਾਜ ਵਿੱਚ ਮਿਲ ਜਾਂਦੇ ਨੇ। ਕਈ ਵਾਰ ਅਸੀਂ ਖੁਦ ਵੀ ਐਸੀ ਕੰਡੀਸ਼ਨ ਵਿੱਚ ਹੁੰਦੇ ਹਾਂ। ਐਸੀਆਂ ਗੱਲਾਂ ਹਉਮੈ ਅੰਦਰ ਜਲਣ ਵਾਲੇ ਅੰਦਰੋਂ ਬਿਲਕੁਲ ਖਾਲੀ ਨੇ, ਅਸ਼ਾਂਤ ਨੇ। ਜਿਨ੍ਹਾਂ ਦੇ ਅੰਦਰ ਇਨਫੀਰੀਓਰਿਟੀ ਕੰਪਲੈਕਸ ਹੈ ਉਹ ਤਾਂ ਸਾਫ਼ ਹੀ ਨਜ਼ਰੀ ਪੈਂਦੇ ਨੇ ਕਿ ਡਿਪਰੈਸ਼ਨ ਦੇ ਸ਼ਿਕਾਰ ਹੋ ਚੁੱਕੇ ਹੁੰਦੇ ਨੇ। ਉਹਨਾਂ ਦੇ ਜੀਵਨ ਵਿੱਚ ਖੁਸ਼ੀ ਹੁੰਦੀ ਹੀ ਨਹੀਂ, ਜੋ ਨੈਗੇਟਿਵ ਥਿੰਕਿੰਗ ਵਾਲੇ ਨੇ। ਤੇ ਜਿਨ੍ਹਾਂ ਦੇ ਅੰਦਰ ਇਨਫੀਰੀਓਰਿਟੀ ਕੰਪਲੈਕਸ ਹੈ ਉਹ ਬਹੁਤ ਸਾਰੇ ਪਰਸਨੈਲਿਟੀ ਡਿਸਆਰਡਰ ਦਾ ਸ਼ਿਕਾਰ ਹੋ ਜਾਂਦੇ ਨੇ, ਔਰ ਉਹ ਵੀ ਖੁਸ਼ੀ ਤੋਂ ਵਾਂਝੇ ਹੀ ਰਹਿ ਜਾਂਦੇ ਨੇ, ਇਨਸਾਨੀਅਤ ਤੋਂ ਦੂਰ ਚਲੇ ਜਾਂਦੇ ਨੇ, ਕਿਉਂਕਿ ਉਹ ਦੂਜਿਆਂ ਦੀਆਂ ਭਾਵਨਾਵਾਂ ਦੀ ਕਦਰ ਨਹੀਂ ਕਰਦੇ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਜਦੋਂ ਜਿਹੜੇ ਜੀਵ ਹਉਮੈ ਵਿੱਚ ਸੜਦੇ ਹੋਏ ਸੜ ਕੇ ਇਨਸਾਨੀਅਤ ਵੱਲੋਂ ਮਰ ਚੁੱਕੇ ਸਨ, ਭਟਕ ਕੇ ਦੁਖੀ ਹੋ ਕੇ ਜਦੋਂ ਗੁਰੂ ਦੇ ਦਰ ਤੇ ਆ ਗਏ, ਬਾਈ ਦਿਵੇ ਉਹ ਗੁਰੂ ਦੇ ਦਰ ਤੇ ਆ ਜਾਣ। ਗੁਰੂ ਦੇ ਦਰ ਤੇ ਆਉਣ ਦਾ ਮਤਲਬ ਇਹ ਨਹੀਂ ਕਿ ਸਿਰਫ ਮੱਥਾ ਟੇਕਣ ਆ ਜਾਣ, ਯਾਨੀ ਆਪਣੀ ਮੱਤ ਨੂੰ ਛੱਡ ਕੇ ਗੁਰੂ ਦੀ ਮੱਤ ਮੁਤਾਬਕ ਜੀਵਨ ਸ਼ੁਰੂ ਕਰ ਦੇਣ, ਗੁਰੂ ਦੇ ਚਰਨਾਂ ਵਿੱਚ ਆਉਣ। ਤਾਂ ਫਿਰ ਕੀ ਹੋਏਗਾ? ਪੂਰੇ ਸਤਿਗੁਰ ਰਾਖ ਲਈਏ ਆਪਣੇ ਪੰਨੇ ਪਾਏ। ਪੰਨੇ ਪਾਏ ਦਾ ਮਤਲਬ ਲੇਖੇ ਵਿੱਚ ਲਿਖ ਕੇ ਆਪਣੇ ਬਣਾ ਲਏ, ਆਪਣੇ ਸ਼ਰਨੀ ਲਾ ਲਏ। ਤਾਂ ਸਤਿਗੁਰ ਨੇ ਆਪਣੇ ਲੜ ਲਾ ਕੇ ਉਹਨਾਂ ਨੂੰ ਬਚਾ ਲਿਆ। ਪੂਰੇ ਸਤਿਗੁਰ ਰਾਖ ਲਈਏ। ਆਪਣੇ ਪੰਨੇ ਪਾਏ ਦਾ ਮਤਲਬ ਆਪਣੇ ਖਾਤੇ ਵਿੱਚ ਪਾ ਕੇ, ਆਪਣੇ ਪੱਲੇ ਲਾ ਕੇ, ਆਪਣੇ ਰਾਸਤੇ ਤੇ ਦੱਸ ਕੇ, ਆਪਣੀ ਗੁਰਮਤ ਦੀ ਵਿਚਾਰਧਾਰਾ ਅਨੁਸਾਰ ਜ਼ਿੰਦਗੀ ਉਹਨਾਂ ਨੂੰ ਦੇ ਕੇ ਉਹਨਾਂ ਨੂੰ ਗੁਰੂ ਨੇ ਬਚਾ ਲਿਆ। ਪੂਰੇ ਸਤਿਗੁਰ ਨੇ ਆਪਣੇ ਲੜ ਲਾ ਕੇ ਉਹਨਾਂ ਨੂੰ ਬਚਾ ਲਿਆ, ਜਿਹੜੇ ਹਉਮੈ ਦੇ ਅੰਦਰ ਸੜ ਕੇ ਭਟਕ ਕੇ ਅੰਦਰੋਂ ਮਰ ਚੁੱਕੇ ਸਨ। ਤਾਂ ਇਹਦਾ ਮਤਲਬ ਜੇ ਕਿਤੇ ਕਿਸੇ ਇਨਸਾਨ ਦੀ ਜ਼ਿੰਦਗੀ ਵਿੱਚ ਐਸਾ ਹੈ, ਹਉਮੈ ਕਰਕੇ, ਵਿਕਾਰਾਂ ਕਰਕੇ ਉਹ ਭਟਕ ਰਿਹਾ ਹੈ, ਜੀਵਨ ਵਿੱਚ ਅਸ਼ਾਂਤੀ ਹੈ, ਔਰ ਉਹ ਚਾਹੁੰਦਾ ਹੈ ਕਿ ਮੈਨੂੰ ਪਰਮ ਸ਼ਾਂਤੀ, ਮੈਨੂੰ ਪਰਮ ਖੁਸ਼ੀ ਮਿਲੇ, ਤਾਂ ਉਹਨੂੰ ਚਾਹੀਦਾ ਹੈ ਉਹ ਗੁਰਬਾਣੀ ਦਾ ਆਸਰਾ ਲੈ, ਗੁਰੂ ਦੀ ਪਾਵਨ ਬਾਣੀ ਪੜ੍ਹੇ, ਅਰਥ ਭਾਵਾਂ ਨੂੰ ਵਿਚਾਰੇ, ਔਰ ਗੁਰਬਾਣੀ ਮੁਤਾਬਕ ਜ਼ਿੰਦਗੀ ਜੀਣਾ ਸ਼ੁਰੂ ਕਰ ਲਵੇ। ਜੀਵਨ ਸੌਖਾ ਹੋ ਜਾਏਗਾ, ਜੀਵਨ ਸੁਖਾਲਾ ਹੋ ਜਾਏਗਾ। ਗੁਰੂ ਉਹਨੂੰ
ਇਹਨਾਂ ਵਿਕਾਰਾਂ ਤੋਂ ਬਚਾ ਲਏਗਾ, ਜੀਵਨ ਦੀ ਅਸਲੀਅਤ ਦੀ ਸਮਝ ਆ ਜਾਏਗੀ। ਇਹ ਜਗ ਜਲਤਾ ਨਦਰੀ ਆਇਆ, ਗੁਰ ਕੈ ਸ਼ਬਦ ਸੁਭਾਏ। ਇੱਥੇ ਸੁਭਾਏ ਦਾ ਮਤਲਬ ਹੈ ਸੁਭਾਵਕ ਹੀ। ਗੁਰ ਕੈ ਸ਼ਬਦ ਦਾ ਮਤਲਬ ਗੁਰੂ ਦੇ ਸ਼ਬਦ ਰਾਹੀਂ, ਯਾਨੀ ਗੁਰੂ ਦੇ ਗਿਆਨ ਰਾਹੀਂ। ਇਹ ਜਗ ਜਲਤਾ ਨਦਰੀ ਆਇਆ, ਜਦੋਂ ਫਿਰ ਉਹ ਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਕੋਈ ਆਉਂਦਾ ਹੈ ਨਾ, ਗੁਰੂ ਸ਼ਬਦ ਦੇ ਨਾਲ ਜੁੜਦਾ ਹੈ, ਤਾਂ ਉਹਨਾਂ ਨੂੰ ਸਤਿਗੁਰ ਦੇ ਸ਼ਬਦ ਦੇ ਰਾਹੀਂ, ਗੁਰੂ ਦੇ ਗਿਆਨ ਦੇ ਰਾਹੀਂ ਸੁਭਾਵਕ ਹੀ ਇਹ ਸੰਸਾਰ ਵਿਕਾਰਾਂ ਦੇ ਅੰਦਰ ਸੜਦਾ ਹੋਇਆ ਨਜ਼ਰੀ ਪੈ ਜਾਂਦਾ ਹੈ। ਗੁਰੂ ਸ਼ਬਦ ਰਾਹੀਂ ਮਤਲਬ ਗੁਰੂ ਦੇ ਗਿਆਨ ਰਾਹੀਂ, ਗੁਰੂ ਦੀ ਵਿਚਾਰਧਾਰਾ ਰਾਹੀਂ, ਗੁਰੂ ਦੀ ਫਿਲਾਸਫੀ ਰਾਹੀਂ ਸੁਭਾਵਕ ਹੀ ਉਹਨਾਂ ਨੂੰ ਦਿਸ ਪੈਂਦਾ ਹੈ ਕਿ ਇਹ ਸੰਸਾਰ ਵਿਕਾਰਾਂ ਦੇ ਕਾਰਨ ਸੜ ਰਿਹਾ ਹੈ, ਪਰੇਸ਼ਾਨ ਹੋ ਰਿਹਾ ਹੈ। ਕਿਉਂਕਿ ਅਸਲੀਅਤ ਦੀ ਸਮਝ ਆ ਗਈ ਨਾ, ਉਹਨੂੰ ਫਿਰ ਸਮਝ ਆ ਜਾਂਦੀ ਹੈ ਕਿ ਯਾਰ ਨਿੱਕੀ ਨਿੱਕੀ ਈਰਖਾ ਕਰਕੇ ਕਿਉਂ ਮੈਂ ਸਾਰਾ ਦਿਨ ਸੜਦਾ ਰਹਿਣਾ। ਜਿਵੇਂ ਮੈਂ ਨਿੱਕੀ ਨਿੱਕੀ ਈਰਖਾ ਕਰਕੇ ਸੜ ਰਿਹਾ, ਐਵੇਂ ਮੇਰੇ ਨਾਲ ਈਰਖਾ ਕਰਨ ਵਾਲੇ ਵੀ ਸੜ ਰਹੇ ਨੇ, ਖਾਮਖਾ ਸੜ। ਮੈਂ ਹੰਕਾਰ ਕਰ ਕਰਕੇ ਖਾਮਖਾ ਹੀ ਸੜਦਾ ਫਿਰਨਾ, ਇਹ ਬੰਦਾ ਖਾਮਖਾ ਸੜਦਾ ਫਿਰਦਾ ਹੈ। ਆ ਦੇਖੋ ਸਾਡੇ ਗੁਆਂਢੀ ਨੇ, ਇਹਨਾਂ ਨੇ ਘਰ ਦੇ ਵਿੱਚ ਕਲੇਸ਼ ਖਾਮਖਾ ਹੀ ਪਾਇਆ ਹੋਇਆ ਹੈ, ਜਾਂ ਸਾਡੇ ਘਰ ਦੇ ਅੰਦਰ ਕਲੇਸ਼ ਖਾਮਖਾ ਹੀ ਪਿਆ ਹੈ। ਉਸ ਬੰਦੇ ਨੂੰ ਇਸ ਚੀਜ਼ ਦੀ ਸਮਝ ਆ ਜਾਂਦੀ ਹੈ, ਉਹਨੂੰ ਸਮਝ ਲੱਗ ਜਾਂਦੀ ਹੈ ਕਿ ਜੀਵਨ ਤੇ ਬੜਾ ਸੌਖਾ ਸੀ, ਜੀਵਨ ਤੇ ਬੜਾ ਸ਼ਾਂਤ ਸੀ, ਪਰ ਕਿਵੇਂ ਅਸੀਂ ਇਹਨੂੰ ਅਸ਼ਾਂਤ ਕਰ ਲਿਆ, ਕਿਵੇਂ ਅਸੀਂ ਇਸ ਜੀਵਨ ਨੂੰ ਕੰਪਲਿਕੇਟ ਕਰ ਲਿਆ, ਕਿਵੇਂ ਇਹਨੂੰ ਔਖਾ ਬਣਾ ਲਿਆ ਹੈ, ਕਿਉਂ ਅਸੀਂ ਸੜ ਰਹੇ ਹਾਂ, ਉਹਨੂੰ ਇਹ ਸਮਝ ਆ ਜਾਂਦੀ ਹੈ। ਪਰ ਇਹ ਸਮਝ ਗੁਰੂ ਦੇ ਗਿਆਨ ਰਾਹੀਂ ਆਉਂਦੀ ਹੈ, ਕਾਮਨ ਸੈਂਸ ਮਿਲ ਜਾਂਦੀ ਹੈ ਬੰਦੇ ਨੂੰ, ਵਿਵੇਕ ਬੁੱਧ ਮਿਲ ਜਾਂਦੀ ਹੈ ਬੰਦੇ ਨੂੰ। ਸ਼ਬਦ ਰਤੇ ਸੇ ਸ਼ੀਤਲ ਪਏ, ਨਾਨਕ ਸੱਚ ਕਮਾਏ। ਸ਼ਬਦ ਦੇ ਦੱਦੇ ਨਾਲ ਸਿਹਾਰੀ ਸ਼ਬਦ ਵਿੱਚ, ਰੱਤੇ ਦਾ ਮਤਲਬ ਰੰਗੇ ਗਏ, ਰੰਗੀਜ ਕੇ। ਸ਼ੀਤਲ ਪੈ ਦਾ ਮਤਲਬ ਸ਼ਾਂਤ ਹੋ ਗਏ। ਸੱਚ ਕਮਾਏ ਦਾ ਮਤਲਬ ਉਹ ਸੱਚ ਹੀ ਕਮਾਉਂਦੇ। ਗੁਰੂ ਦੇ ਸ਼ਬਦ ਦੇ ਅੰਦਰ ਰੰਗੀਜ ਕੇ ਉਹ ਇਨਸਾਨ ਬਿਲਕੁਲ ਸ਼ਾਂਤ ਹੋ ਜਾਂਦੇ ਨੇ। ਨਾਨਕ ਸੱਚ ਕਮਾਏ ਦਾ ਮਤਲਬ ਫਿਰ ਉਹ ਸੱਚ ਦੀ ਕਮਾਈ ਕਰਦੇ ਨੇ, ਮਨ ਬਚਨ ਔਰ ਕਰਮ ਕਰਕੇ ਸੱਚ ਦੇ ਧਾਰਨੀ ਹੋ ਜਾਂਦੇ ਨੇ। ਜੋ ਗੁਰੂ ਦੇ ਉਪਦੇਸ਼ ਅੰਦਰ ਰੰਗੇ ਗਏ ਉਹ ਬਿਲਕੁਲ ਸ਼ਾਂਤ ਹੋ ਜਾਂਦੇ ਨੇ। ਬਲ ਤੋਂ ਜਲ ਤੋਂ ਤੌਂਕਿਆ ਗੁਰਚੰਦਨ ਸ਼ੀਤ ਲਾਇਓ। ਸੜਦੇ ਬਲ ਦੇ ਮਨ ਦੇ ਉੱਤੇ ਗੁਰੂ ਦੇ ਉਪਦੇਸ਼ ਦਾ ਠੰਡਾ ਛੱਟਾ ਵੱਜ ਜਾਂਦਾ। ਮਹਿਲਾ ਤੀਜਾ, ਸਫਲਿਓ ਸਤਿਗੁਰ ਸੇਵਿਆ ਧਨ ਜਨਮ ਪਰਵਾਨ। ਉਹਨਾਂ ਮਨੁੱਖਾਂ ਦਾ ਸੇਵਿਆ ਹੋਇਆ ਸਤਿਗੁਰੂ ਸਫਲ ਹੈ, ਯਾਨੀ ਗੁਰੂ ਦੀ ਸੇਵਾ ਕੀਤੀ ਹੋਈ ਸਫਲੀ ਹੈ। ਉਹਨਾਂ ਦਾ ਜੀਵਨ ਧਨ ਹੈ, ਉਹਨਾਂ ਦਾ ਜੀਵਨ ਸਫਲਾ ਹੈ। ਕਿੰਨਾ ਦਾ? ਜਿਨ੍ਹਾਂ ਸਤਿਗੁਰ ਜੀਵਨ ਦਿਆਂ ਮੁਇਆਂ ਨਾ ਵਿਸਰੈ, ਸਈ ਪੁਰਖ ਸੁਜਾਨ। ਜੀਵਨ ਦਿਆਂ ਮੁਇਆਂ ਦਾ ਮਤਲਬ ਜਨਮ ਤੋਂ ਲੈ ਕੇ ਮਰਨ ਤੱਕ ਉਹ ਮਨੁੱਖ ਸਿਆਣੇ ਗਿਣੇ ਜਾਂਦੇ ਨੇ, ਜਿਨ੍ਹਾਂ ਨੂੰ ਸਾਰੀ ਉਮਰ ਕਦੀ ਵੀ ਆਪਣਾ ਸਤਿਗੁਰੂ ਨਹੀਂ ਭੁੱਲਦਾ। ਜੀਵਨ ਦਿਆਂ ਮੁਇਆਂ, ਹੁਣ ਦੇਖੋ ਮਰਨ ਤੋਂ ਬਾਅਦ ਤਾਂ ਫਿਰ ਹੁਣ ਯਾਦ ਨਹੀਂ ਨਾ ਕੁਛ ਰਹਿਣੇ। ਜੀਵਨ ਦਿਆਂ ਮੁਇਆਂ ਦਾ ਮਤਲਬ ਜੀਵਨ ਤੋਂ ਲੈ ਕੇ ਮਰਨ ਤੱਕ ਸਾਰੀ ਜ਼ਿੰਦਗੀ ਉਹ ਇਨਸਾਨ ਸਿਆਣੇ ਨੇ, ਉਹਨਾਂ ਦੀ ਸਤਿਗੁਰ ਦੀ ਸੇਵਾ ਕੀਤੀ ਸਫਲੀ ਹੈ, ਉਹਨਾਂ ਦਾ ਜੀਵਨ ਧੰਤਾ ਯੋਗ ਹੈ। ਉਹ ਪ੍ਰਭੂ ਦਰ ਦੇ ਉੱਤੇ ਪ੍ਰਵਾਨ ਨੇ, ਜਿਨ੍ਹਾਂ ਨੂੰ ਸਤਿਗੁਰ ਸਾਰੀ ਜ਼ਿੰਦਗੀ ਨਹੀਂ ਭੁੱਲਦਾ। ਜਨਮ ਤੋਂ ਲੈ ਕੇ ਮਰਨ ਤੱਕ ਜੋ ਗੁਰਮਤਿ ਦੇ ਰਾਹਾਂ ਦੇ ਧਾਰਨੀ ਨੇ, ਉਹਨਾਂ ਦਾ ਜੀਵਨ ਧੰਤਾ ਯੋਗ। ਕੁੱਲ ਉਧਾਰੇ ਆਪਣਾ ਸੋ ਜਨ ਹੋਵੇ ਪਰਵਾਨ। ਐਸਾ ਇਨਸਾਨ ਆਪਣੇ ਕੁੱਲ ਨੂੰ ਵੀ ਬਚਾ ਲੈਂਦਾ ਹੈ, ਔਰ ਐਸਾ ਇਨਸਾਨ ਪ੍ਰਭੂ ਦੇ ਦਰ ਤੇ ਪ੍ਰਵਾਨ ਹੋ ਜਾਂਦਾ ਹੈ। ਇੱਥੇ ਹੁਣ ਸਾਡੀ ਕੁੱਲ ਕਿਹੜੀ ਹੈ? ਮੇਰੀ ਕੁੱਲ ਕਿਹੜੀ? ਤਾਂ ਮੇਰੀ ਕੁੱਲ ਹੈ ਮੇਰੇ ਗਿਆਨ ਇੰਦਰੇ, ਅੱਖਾਂ ਨੇ, ਹੱਥ ਨੇ, ਕੰਨ ਨੇ, ਜ਼ਬਾਨ ਹੈ। ਮੈਂ ਆਪਣੀ ਇਸ ਕੁੱਲ ਨੂੰ ਵੀ ਤਾਰ ਲਵਾਂਗਾ ਜੇ ਮੈਂ ਸੱਚ ਨਾਲ ਜੁੜਿਆ, ਨਹੀਂ ਤੇ ਮੇਰੀ ਕੁੱਲ ਵੀ ਡੁੱਬ ਜਾਏਗੀ। ਜ਼ਬਾਨ ਝੂਠ ਵਿੱਚ ਡੁੱਬ ਜਾਏਗੀ, ਚਸਕਿਆਂ ਵਿੱਚ ਡੁੱਬ ਜਾਏਗੀ, ਨਿੰਦਿਆ ਵਿੱਚ ਡੁੱਬ ਜਾਏਗੀ, ਕੰਨ ਨਿੰਦਾ ਝੂਠ ਸੁਣਨ ਵਿੱਚ ਡੁੱਬ ਜਾਣਗੇ, ਅੱਖਾਂ ਪਰਤਰੇ ਪਰਤਨ ਰੂਪ ਵੇਖਣ ਵਿੱਚ ਡੁੱਬ ਜਾਣਗੀਆਂ, ਹੱਥ ਬੇਗਾਨੀਆਂ ਠੱਗੀਆਂ ਮਾਰਨ ਵਿੱਚ ਡੁੱਬ ਜਾਣਗੇ, ਪੈਰ ਵਿਕਾਰਾਂ ਵਿੱਚ ਡੁੱਬ ਜਾਣਗੇ, ਮਨ ਨੈਗੇਟਿਵਿਟੀ ਵਿੱਚ ਡੁੱਬ ਜਾਏਗਾ। ਸਾਰੀ ਕੁੱਲ ਹੀ ਡੁੱਬ ਗਈ। ਤਾਂ ਜੋ ਗੁਰੂ ਦੇ ਦੱਸੇ ਰਾਹਾਂ ਤੇ ਤੁਰਦਾ ਹੈ ਉਹ ਪ੍ਰਵਾਨ ਹੋ ਜਾਂਦਾ ਹੈ, ਔਰ ਆਪਣੀ ਇਸ ਕੁੱਲ ਨੂੰ, ਆਪਣੇ ਸਾਰੇ ਗਿਆਨ ਇੰਦਰੀਆਂ ਨੂੰ ਵੀ ਉਤਾਰ ਲੈਂਦਾ ਹੈ। ਤੇ ਜਿਹੜੇ ਲੋਕ ਉਹਦੇ ਨਾਲ ਜੁੜਦੇ ਨੇ ਉਹਨਾਂ ਦਾ ਵੀ ਪਾਰ ਉਤਾਰਾ ਹੋ। ਗੁਰਮੁਖ ਮੂਵੇ ਜੀਵ ਦੇ ਪ੍ਰਵਾਨ ਹੈ, ਮਨਮੁਖ ਜਨਮ ਮਰਾਹੇ।
ਮੂਏ ਜੀਵਦੇ ਦਾ ਮਤਲਬ ਜੀਵਨ ਤੋਂ ਲੈ ਕੇ ਮਰਨ ਤੱਕ, ਮੌਤ ਔਰ ਜੀਵਨ ਦੇ ਦਰਮਿਆਨ ਸਾਰਾ ਜੀਵਨ। ਜਿਹੜੇ ਗੁਰੂ ਦੇ ਦੱਸੇ ਰਾਹਾਂ ਤੇ ਤੁਰਨ ਵਾਲੇ ਨੇ ਉਹ ਪ੍ਰਵਾਨ ਨੇ। ਤੇ ਦੂਜੀ ਗੱਲ ਇਹ ਹੈ, ਜਿਉਂਦੇ ਵੀ ਪ੍ਰਵਾਨ ਨੇ ਤੇ ਸਰੀਰਕ ਤੌਰ ਤੇ ਮਰਨ ਤੋਂ ਬਾਅਦ ਵੀ ਉਹ ਪ੍ਰਵਾਨ ਹੀ ਹੁੰਦੇ। ਜਿਵੇਂ ਹੁਣ ਗੁਰੂ ਪਿਆਰੇ ਨੇ ਜਿਨ੍ਹਾਂ ਦਾ ਨਾਮ ਅਸੀਂ ਰੋਜ਼ ਅਰਦਾਸ ਵਿੱਚ ਲੈਂਦੇ ਆ, ਮਰਨ ਤੋਂ ਬਾਅਦ ਵੀ ਉਹ ਪ੍ਰਵਾਨ ਨੇ, ਸਰੀਰਕ ਜੀਵਨ ਖਤਮ ਹੋਣ ਤੋਂ ਬਾਅਦ ਵੀ ਪ੍ਰਵਾਨ ਨੇ, ਕਿਉਂਕਿ ਉਹਨਾਂ ਦੇ ਕਰਮ ਮਹਾਨ ਨੇ ਨਾ। ਤਾਂ ਜੋ ਗੁਰੂ ਦੇ ਦੱਸੇ ਰਾਹਾਂ ਤੇ ਤੁਰਨ ਵਾਲੇ ਨੇ ਉਹ ਜਨਮ ਤੋਂ ਲੈ ਕੇ ਮਰਨ ਤੱਕ ਸਾਰੇ ਜੀਵਨ ਵਿੱਚ ਹੀ ਪ੍ਰਵਾਨ ਨੇ, ਉਹਨਾਂ ਦਾ ਜੀਵਨ ਸਫਲਾ ਹੈ। ਪਰ ਮਨਮੁਖ ਜਨਮ ਮਰਾਹੇ, ਮਨ ਦੇ ਅਧੀਨ ਤੁਰਨ ਵਾਲੇ ਜਿਹੜੇ ਇਨਸਾਨ ਨੇ ਉਹ ਜਿਉਂਦੇ ਹੀ ਮੋਏ ਹੋਏ ਨੇ। ਜਨਮ ਦਾ ਮਤਲਬ ਜਨਮ ਵਿੱਚ, ਮਰਾਹੇ ਦਾ ਮਤਲਬ ਮਰੇ ਹੋਏ ਨੇ, ਉਹ ਜਿਉਂਦੇ ਹੀ ਮਰੇ ਹੋਏ, ਕਿਉਂਕਿ ਉਹਨਾਂ ਦੇ ਅੰਦਰ ਇਨਸਾਨੀਅਤ ਨਹੀਂ ਹੈ। ਨਰੂ ਮਰੈ ਨਰ ਕਾਮ ਨਾ ਆਵੇ, ਉਹ ਜਿਉਂਦੇ ਹੀ ਮੋਏ ਹੋਏ ਨੇ। ਤਾਂ ਇਹਦਾ ਮਤਲਬ ਜੇ ਅਸੀਂ ਵੀ ਚਾਹੁੰਦੇ ਹਾਂ ਪ੍ਰਵਾਨ ਹੋਣਾ ਤਾਂ ਸਾਨੂੰ ਗੁਰਬਾਣੀ ਅਨੁਸਾਰ ਜੀਵਨ ਜੀਣਾ ਚਾਹੀਦਾ ਹੈ, ਉਹ ਹੀ ਪ੍ਰਵਾਨ ਹੈ। ਤੇ ਜਿਹੜਾ ਜੀਵਨ ਸੱਚ ਨੂੰ ਬੇਸ ਬਣਾ ਕੇ ਜੋ ਜੀਵਨ ਨਹੀਂ ਜੀ ਰਿਹਾ ਉਹ ਜਿਉਂਦਾ ਵੀ ਮੋਇਆਂ ਦੇ ਬਰਾਬਰ ਹੀ ਹੈ। ਨਾਨਕ ਮੂਏ ਨਾ ਆਖੀਐ ਜੇ ਗੁਰ ਕੈ ਸ਼ਬਦ ਸਮਾਹੇ। ਗੁਰ ਕੇ ਸ਼ਬਦ ਦਾ ਮਤਲਬ ਗੁਰੂ ਦੇ ਸ਼ਬਦ ਵਿੱਚ, ਸਮਾਹੇ ਦਾ ਮਤਲਬ ਸਮਾ ਜਾਂਦੇ ਨੇ। ਜੋ ਮਨੁੱਖ ਸਤਿਗੁਰ ਦੇ ਸ਼ਬਦ ਵਿੱਚ ਉਪਦੇਸ਼ ਅੰਦਰ ਲੀਨ ਨੇ, ਜਿਨ੍ਹਾਂ ਦੀ ਸੁਰਤ, ਜਿਨ੍ਹਾਂ ਦੀ ਸੋਚ ਗੁਰ ਸ਼ਬਦ ਵਿੱਚ ਲੀਨ ਹੈ, ਜੋ ਗੁਰੂ ਦੇ ਉਪਦੇਸ਼ ਮੁਤਾਬਕ ਜ਼ਿੰਦਗੀ ਜੀ ਰਹੇ ਨੇ, ਉਹਨਾਂ ਨੂੰ ਮੋਏ ਨਹੀਂ ਆਖਣਾ ਚਾਹੀਦਾ। ਉਹ ਕਦੇ ਮਰਦੇ ਨਹੀਂ, ਉਹ ਹਮੇਸ਼ਾ ਹੀ ਜਿਉਂਦੇ ਨੇ, ਉਹ ਆਤਮਕ ਮੌਤੇ ਨਹੀਂ ਮਰਦੇ। ਪੌੜੀ ਹਰ ਪੁਰਖ ਨਿਰੰਜਨ ਸੇਵ ਹਰ ਨਾਮ ਧਿਆਈਐ। ਨਿਰੰਜਨ ਦਾ ਮਤਲਬ ਮਾਇਆ ਦੀ ਮੈਲ ਤੋਂ ਰਹਿਤ, ਪੁਰਖ ਦਾ ਮਤਲਬ ਰਮਿਆ ਹੋਇਆ, ਨਾਮ ਦਾ ਮਤਲਬ ਹੁਕਮ, ਧਿਆਈਏ ਦਾ ਮਤਲਬ ਧਿਆਨ ਵਿੱਚ ਰੱਖਣਾ ਚਾਹੀਦਾ ਹੈ। ਮਾਇਆ ਤੋਂ ਰਹਿਤ ਸਰਬ ਵਿਆਪਕ ਪ੍ਰਭੂ ਦੀ ਸੇਵਾ ਕਰਨੀ ਚਾਹੀਦੀ ਹੈ। ਸੇਵਾ ਦਾ ਮਤਲਬ ਉਹਦੇ ਹੁਕਮ ਵਿੱਚ ਤੁਰਨਾ ਚਾਹੀਦਾ ਹੈ, ਉਹਦੇ ਗੁਣਾਂ ਦੇ ਧਾਰਨੀ ਹੋਣਾ ਚਾਹੀਦਾ ਹੈ। ਹਰ ਨਾਮ ਧਿਆਈਏ ਦਾ ਮਤਲਬ ਉਹਦੇ ਧਿਆਨ ਨੂੰ, ਉਹਦੇ ਨਾਮ ਨੂੰ, ਆਪਣੇ ਹੁਕਮ ਨੂੰ ਆਪਣੇ ਧਿਆਨ ਵਿੱਚ ਰੱਖਣਾ ਚਾਹੀਦਾ ਹੈ, ਉਹਦੇ ਹੁਕਮ ਦੇ ਨਾਲ ਲਗਨ ਲਗਾਉਣੀ ਚਾਹੀਦੀ ਹੈ। ਯਾਨੀ ਹਰੀ ਦੇ ਹੁਕਮ ਅੰਦਰ ਜ਼ਿੰਦਗੀ ਜੀਂਦਿਆਂ ਮਾਇਆ ਦੀ ਮੈਲ ਤੋਂ ਰਹਿਤ ਸਰਬ ਵਿਆਪਕ ਪ੍ਰਭੂ ਦੇ ਗੁਣਾਂ ਦੇ ਧਾਰਨੀ ਹੋਣਾ ਚਾਹੀਦਾ ਹੈ, ਉਹਦੀ ਰਜ਼ਾ ਦੇ ਅੰਦਰ ਜ਼ਿੰਦਗੀ ਜੀਣੀ ਚਾਹੀਦੀ ਹੈ। ਸਤ ਸੰਗਤ ਸਾਧੂ ਲਗ ਹਰ ਨਾਮ ਸਮਾਈ ਹੈ। ਸਾਧੂ ਦਾ ਮਤਲਬ ਗੁਰੂ, ਗੁਰੂ ਦੀ ਸੰਗਤ ਵਿੱਚ ਜੁੜ ਕੇ ਹਰ ਨਾਮ ਸਮਾਈਏ ਦਾ ਮਤਲਬ ਹਰੀ ਦੇ ਗੁਣਾਂ ਦੇ ਵਿੱਚ ਹੀ ਲੀਨ ਹੋ ਜਾਣਾ ਚਾਹੀਦਾ। ਸਮਾਈਏ ਦਾ ਮਤਲਬ ਸਮਾ ਜਾਣਾ ਚਾਹੀਦਾ ਹੈ। ਨਾਮ ਦਾ ਮਤਲਬ ਜੋ ਰੱਬੀ ਸਿਫਤ ਸਲਾਹ ਹੈ, ਰੱਬੀ ਗੁਣ ਹੈ। ਤਾਂ ਗੁਰੂ ਦੀ ਚਰਨੀ ਲੱਗ ਕੇ, ਗੁਰੂ ਦੀ ਸੰਗਤ ਵਿੱਚ ਜੁੜ ਕੇ ਹਰੀ ਦੇ ਗੁਣਾਂ ਦੇ ਅੰਦਰ ਹੀ ਸਮਾ ਜਾਣਾ ਚਾਹੀਦਾ। ਸਾਡੀ ਜੋ ਸੋਚ ਹੈ ਉਹ ਰੱਬੀ ਗੁਣਾਂ ਤੋਂ ਵੱਖਰੀ ਰਹਿ ਹੀ ਨਾ ਜਾਏ, ਸੱਚ ਤੋਂ ਵੱਖਰੀ ਹੋਵੇ ਹੀ ਨਾ, ਦਇਆ ਤੋਂ, ਨਿਰਭੈਤਾ ਤੋਂ, ਨਿਰਵੈਰਤਾ ਤੋਂ, ਇਹਨਾਂ ਤੋਂ ਵੱਖਰੀ ਕਦੇ ਵੀ ਨਾ ਹੋ। ਹਰ ਤੇਰੀ ਵੱਡੀ ਕਾਰ ਮੈਂ ਮੂਰਖ ਲਾਈ ਹੈ। ਮੈਂ ਦਾ ਮਤਲਬ ਮੈਨੂੰ। ਹੇ ਮਾਲਕ ਤੇਰੀ ਇਹ ਵੱਡੀ ਕਾਰ ਹੈ, ਰੱਬੀ ਰਜ਼ਾ, ਰੱਬੀ ਭਾਣਾ, ਰੱਬੀ ਹੁਕਮ ਕਿਹੜੀ ਵੱਡੀ ਸ਼ੈ ਹੈ ਨਾ। ਤਾਂ ਰੱਬੀ ਹੁਕਮ ਦੇ ਅੰਦਰ ਜੀਣਾ ਬਹੁਤ ਵੱਡੀ ਕਾਰ ਹੈ। ਦੁਨੀਆ ਦੇ ਅੰਦਰ ਸਭ ਤੋਂ ਵੱਡਾ ਜੇ ਕੋਈ ਕੰਮ ਹੈ ਨਾ, ਉਹ ਹੈ ਰੱਬੀ ਹੁਕਮ ਵਿੱਚ ਤੁਰਨਾ, ਰੱਬੀ ਹੁਕਮ ਨੂੰ ਸਮਝਣਾ, ਉਹਦੇ ਮੁਤਾਬਕ ਜ਼ਿੰਦਗੀ ਜੀਣੀ, ਰੱਬੀ ਗੁਣਾਂ ਦੇ ਧਾਰਨੀ ਹੋਣਾ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਹੇ ਪ੍ਰਭੂ ਤੇਰੀ ਸੇਵਾ ਵਿੱਚ ਹਾਜ਼ਰ ਹੋਣਾ, ਤੇਰੇ ਗੁਣ ਗਾਣੇ, ਤੇਰੀ ਰਜ਼ਾ ਵਿੱਚ ਚੱਲਣਾ, ਇਹ ਬਹੁਤ ਵੱਡੀ ਕਾਰ ਹੈ। ਮੈਨੂੰ ਆਪਣੀ ਇਸ ਕਾਰ ਵਿੱਚ ਲਾ, ਭਾਵ ਕਿ ਮੈਨੂੰ ਆਪਣੀ ਰਜ਼ਾ ਹੁਕਮ ਵਿੱਚ ਤੁਰਨ ਦਾ ਬਲ ਬਖਸ਼। ਹੋਂ ਗੋਲਾ ਲਾਲਾ ਤੁਧ ਮੈਂ ਹੁਕਮ ਫਰਮਾਈ ਹੈ। ਗੋਲਾ ਲਾਲਾ ਦਾ ਮਤਲਬ ਲਾਲਾ ਗੋਲਾ, ਗੁਲਾਮ, ਪਿਆਰਾ ਸੇਵਕ। ਹੇ ਮਾਲਕ ਮੈਂ ਤੇਰੇ ਦਾਸਾਂ ਦਾ ਦਾਸ ਹਾਂ, ਮੈਨੂੰ ਹੁਕਮ ਕਰ, ਭਾਵ ਕਿ ਮੈਂ ਤੇਰੇ ਹੁਕਮ ਦੇ ਅੰਦਰ ਜ਼ਿੰਦਗੀ ਗੁਜ਼ਾਰਾਂ। ਹੋਂ ਗੁਰਮੁਖ ਕਾਰ ਕਮਾਵਾਂ ਜੇ ਗੁਰ ਸਮਝਾਈ ਹੈ। ਗੁਰ ਦਾ ਮਤਲਬ ਗੁਰੂ ਨੇ। ਮਿਹਰ ਕਰ ਕਿ ਸਤਿਗੁਰ ਨੇ ਜੋ ਕਾਰ ਸਮਝਾਈ ਹੈ, ਮੈਂ ਗੁਰੂ ਦੇ ਸਨਮੁਖ ਹੋ ਕੇ ਉਹ ਕਾਰ ਕਰਾਂ। ਜੇ ਗੁਰ ਸਮਝਾਈਏ ਦਾ ਮਤਲਬ ਜੋ ਗੁਰੂ ਨੇ ਸਮਝਾਈ ਹੈ,
ਜੋ ਗੁਰੂ ਨੇ ਗਿਆਨ ਦਿੱਤਾ ਹੈ, ਗੁਰੂ ਨੇ ਸਿੱਖਿਆ ਦਿੱਤੀ ਹੈ ਨਾ, ਹੁਕਮ ਰਜ਼ਾ ਦੇ ਵਿੱਚ ਹੁਕਮ ਰਜ਼ਾਈ ਚੱਲਣਾ। ਜੇ ਗੁਰ ਸਮਝਾਈਏ ਦਾ ਮਤਲਬ ਜਿਹੜੀ ਕਾਰ ਗੁਰੂ ਨੇ ਸਮਝਾਈ ਹੈ, ਜੋ ਸਿੱਖਿਆ ਦਿੱਤੀ ਹੈ। ਹਾਂ, ਗੁਰਮੁਖ ਕਾਰ ਕਮਾਵਾਂ, ਗੁਰਮੁਖ ਦਾ ਮਤਲਬ ਮੈਂ ਗੁਰੂ ਦੀ ਸ਼ਰਨੀ ਰਹਿ ਕੇ ਉਹ ਕੰਮ ਕਰਦਾ ਰਹਾਂ ਜੋ ਗੁਰੂ ਨੇ ਮੈਨੂੰ ਸਮਝਾਇਆ ਹੈ। ਗੁਰੂ ਦੀ ਮੱਤ ਦਾ ਧਾਰਨੀ ਹੋ ਕੇ ਮੈਂ ਉਹ ਕਰਮ ਕਰਾਂ, ਉਸ ਮੁਤਾਬਕ ਜ਼ਿੰਦਗੀ ਜੀਵਾਂ ਜੋ ਕਾਰ ਜੋ ਸਿੱਖਿਆ ਮੈਨੂੰ ਗੁਰੂ ਨੇ ਸਮਝਾਈ ਹੈ, ਮੈਂ ਉਹਦੇ ਮੁਤਾਬਕ ਜ਼ਿੰਦਗੀ ਜੀ ਸਕਾਂ। हे ਮਾਲਕ, ਮੇਰੇ ਤੇ ਰਹਿਮਤ ਔਰ ਬਖਸ਼ਿਸ਼ ਕਰ। ਤਾਂ ਅੱਜ ਦੀ ਜੋ ਵਿਚਾਰ ਹੈ ਉਹ ਇੱਥੇ ਸਮਾਪਤ ਕਰਦੇ ਹਾਂ ਜੀ।